ਗੁਰੂ ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੀ, ਸਾਨੂੰ ਜੀਵਾਂ ਨੂੰ ਸਮਝਾਉਂਦੇ ਸਾਡੇ ਮਨਾਂ ਨੂੰ ਇਸ ਸੰਸਾਰ ਦੇ ਵਿੱਚ ਜੋ ਹੁਣ ਆਪਾਂ ਆਏ ਹਾਂ, ਸਾਨੂੰ ਇਹ ਮਾਨਸ ਦੇਹੀ ਮਿਲੀ ਹੈ, ਮਾਨਸ ਜਾਮਾ। ਇਹ ਮਾਨਸ ਜਾਮੇ ਵਿੱਚ ਸਾਨੂੰ ਮੌਕਾ ਵਾਰੀ ਦਿੱਤੀ ਜਾਂਦੀ ਹੈ ਕਿ ਅਸੀਂ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰ ਲਈਏ। ਜੋ ਅਸੀਂ ਵਾਰ-ਵਾਰ ਆਕਾਰਾਂ ਦੇ ਵਿੱਚ ਆ ਰਹੇ ਹਾਂ, ਵਾਰ-ਵਾਰ ਸਾਡਾ ਇਹ ਆਵਾਗਾਉਣ ਦਾ ਚੱਕਰ ਬਣਿਆ ਹੋਇਆ, ਇਹ ਸਾਡਾ ਜਿਹੜਾ ਆਵਾਗਮਨ ਹੈ ਇਹ ਖਤਮ ਹੋ ਜਾਏ, ਅਸੀਂ ਸਦਾ ਲਈ ਜੀਵਨ ਮੁਕਤ ਹੋ ਜਾਈਏ, ਸਦਾ ਵਾਸਤੇ ਅਸੀਂ ਅਮਰ ਹੋ ਜਾਈਏ। ਇਹ ਸਾਡਾ ਜਿਹੜਾ ਇਹ ਚੱਕਰ ਜਨਮ ਮਰਨ ਦਾ ਗੇੜ ਇਹ ਖਤਮ ਹੋ ਜਾਏ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਇਹ ਰੱਬ ਨੂੰ ਇਹ ਭੇਜ ਦਿੰਦੇ, ਸਾਨੂੰ ਸਮਝਾਉਂਦੇ ਕਿ ਕਿਵੇਂ ਅਸੀਂ ਜਿਉਂਦੇ ਜੀ ਜੀਵਨ ਮੁਕਤ ਹੋ। ਸਾਨੂੰ ਫਿਰ ਦੱਸਦੇ ਵੀ ਜੀਵਨ ਮੁਕਤ ਕੌਣ ਹੈ। ਜੀਵਨ ਮੁਕਤ ਉਹਨੂੰ ਕਹਿੰਦੇ ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ। ਮਾਰੇ ਫਰਮਾਉਂਦੇ ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਬਈ ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖਿਆ ਗੁਰੂ ਦੀ ਮੱਤ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਉਹ ਜੀਵਨ ਮੁਕਤ। ਹੁਣ ਅਸੀਂ ਕਿਵੇਂ ਮਰੀਏ? ਸ਼ਬਦ ਦੁਆਰਾ, ਤਾਂ ਕਿ ਆਪਾਂ ਵੀ ਜੀਵਨ ਮੁਕਤ ਹੋ ਜਾਈਏ। ਉਹ ਕਿਹੜਾ ਸ਼ਬਦ ਹੈ? ਜਿਸ ਸ਼ਬਦ ਦੁਆਰਾ ਅਸੀਂ ਜਿਉਂਦੇ ਜੀ ਮਰਨਾ, ਉਹ ਫਿਰ ਸ਼ਬਦ ਦਾ ਭੇਤ ਸਾਨੂੰ ਗੁਰਬਾਣੀ ਗੁਰੂ ਦੇ, ਉਹ ਹੈ ਸ਼ਬਦ ਗੁਰੂ, ਜਿਸ ਨੂੰ ਨਾਮ ਆਖੀਏ, ਜਿਸ ਨੂੰ ਨਾਦ ਆਖੀਏ, ਸਹਿਜ
ਤੂੰ ਰਾਖੀਏ, ਉਸ ਸ਼ਬਦ ਦੇ ਨਾਲ ਅਸੀਂ ਜੁੜਨਾ। ਜਦੋਂ ਅਸੀਂ ਸ਼ਬਦ ਗੁਰੂ ਦੇ ਨਾਲ ਜੁੜ ਜਾਵਾਂਗੇ, ਸਾਡੀ ਟੁੱਟੀ ਹੋਈ ਗੰਢੀ ਗਈ, ਸਮਝ ਲਓ ਅਸੀਂ ਇੱਧਰੋਂ ਮਰ ਗਏ ਸੰਸਾਰ ਵੱਲੋਂ, ਅਤੇ ਉੱਧਰ ਅਸੀਂ ਜਿਉਂਦੇ ਹੋਗੇ। ਫਿਰ ਜਿੰਨਾ ਸਮਾਂ ਸਾਡੇ ਕੋਲ ਹੈਗਾ, ਫਿਰ ਮਰ ਕੇ ਫਿਰ ਅਸੀਂ ਜਿਉਂਦੇ ਹੋ ਜਾਂਦੇ ਹਾਂ। ਫਿਰ ਉਹਨੂੰ ਕਹਿੰਦੇ ਵੀ ਜਿਹੜੇ ਜਿਉਂਦੇ ਜੀ ਮਰੇ, ਅਤੇ ਮਰਨ ਤੋਂ ਬਾਅਦ ਫਿਰ ਮਾਲਕ ਨੇ ਉਹਨਾਂ ਨੂੰ ਜਿਉਂਦੇ ਕਰ ਦਿੱਤੇ। ਉਹਨਾਂ ਨੂੰ ਕਹਿੰਦੇ ਉਹ ਜੀਵਨ ਮੁਕਤ ਨੇ। ਹੁਣ ਇੱਕ ਤਾਂ ਹੁੰਦੀ ਹੈ ਸੰਸਾਰ ਦੀ ਮੌਤ, ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚੋਂ ਜੀਵ ਜਾਂਦੇ, ਔਰ ਜਿਹੜਾ ਕੋਈ ਚਲਾ ਜਾਂਦਾ ਉਹ ਸਾਨੂੰ ਆ ਕੇ ਮੁੜ ਕੇ ਦੱਸਦਾ ਨਹੀਂ ਵੀ ਅੱਗੇ ਉਹਦੀ ਕੀ ਹਾਲਤ ਹੋਈ, ਕੀ ਬਣਿਆ ਉਹਦੇ ਨਾਲ। ਇਹ ਨਾ ਹੀ ਜੀਵ ਜਾਣਨ ਦੀ ਕੋਸ਼ਿਸ਼ ਕਰਦੇ ਵੀ ਜਦੋਂ ਜੀਵ ਚਲਾ ਜਾਂਦਾ ਹੈ, ਥੋੜ੍ਹਾ ਸਮਾਂ ਰੋ ਰੋ ਕੇ ਹਟ ਜਾਂਦੇ, ਫਿਰ ਹੌਲੀ ਹੌਲੀ ਭੁੱਲ ਜਾਂਦੇ, ਇੱਧਰ ਫਿਰ ਮਾਇਆ ਨਾਲ ਜੁੜ ਜਾਂਦੇ। ਇਹ ਲੱਭਣ ਦੀ, ਇਹ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਉਹ ਗਿਆ ਤੇ ਗਿਆ ਕਿੱਥੇ, ਅਤੇ ਨਾ ਉਹ ਆ ਕੇ ਦੱਸਦਾ ਮੁੜ ਕੇ ਬਈ ਜਦੋਂ ਉਹਨੇ ਦੇਹ ਛੱਡੀ ਉਹਦੀ ਕੀ ਹਾਲਤ ਹੋਈ, ਅੱਗੇ ਕਿਹੜੇ ਰਸਤੇ ਗਿਆ, ਕੀ ਕੁਝ ਉਹਦੇ ਨਾਲ ਵਾਪਰਿਆ। ਹੁਣ ਜਾਂ ਕੋਈ ਜਿਉਂਦੇ ਜੀ ਮਰਿਆ ਹੋਵੇ, ਮਰਨ ਤੋਂ ਬਾਅਦ ਉਹ ਫਿਰ ਜਿਉਂਦਾ ਹੋਇਆ ਹੋਵੇ, ਉਹ ਸਾਨੂੰ ਦੱਸ ਸਕਦਾ ਬਈ ਅੱਗੇ ਕੀ ਹਾਲਤ ਹੁੰਦੀ ਹੈ, ਕੀ ਹੁੰਦਾ ਹੈ, ਕਿਉਂਕਿ ਉਹਨੇ ਮਰ ਕੇ ਦੇਖਿਆ। ਅਤੇ ਜਦੋਂ ਮਰ ਕੇ ਦੇਖਿਆ ਅਤੇ ਫਿਰ ਮਾਲਕ ਨੇ ਉਹਨਾਂ ਨੂੰ ਫਿਰ ਜਿਉਂਦੇ ਕਰ ਦਿੱਤਾ, ਅਤੇ ਫਿਰ ਉਹ ਗੁਰਮੁਖ ਦੱਸਦੇ ਉਹਨਾਂ ਦੀ ਗੁਰਬਾਣੀ, ਉਹਨਾਂ ਭਗਤਾਂ ਦੀ, ਉਹਨਾਂ ਗੁਰਸਿੱਖਾਂ ਦੀ, ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖਿਆ, ਜਿਹੜੇ ਸ਼ਬਦ 'ਚ ਸਮਾਏ, ਨਾਮ 'ਚ ਸਮਾਏ। ਫਿਰ ਮਾਲਕ ਨੇ ਉਹਨਾਂ ਨੂੰ ਸਦਾ ਵਾਸਤੇ ਜਿਉਂਦੇ ਕਰ ਦਿੱਤਾ। ਜਦੋਂ ਅਸੀਂ ਨਾਮ ਦੇ ਵਿੱਚ ਸਮਾ ਜਾਂਦੇ ਹਾਂ, ਨਾਮ ਦੇ ਵਿੱਚੋਂ ਸਾਡੇ ਮਨ ਦੀ ਜਿਹੜੀ ਖੁਰਾਕ ਹੈ, ਰਸ ਆਉਂਦਾ, ਅੰਮ੍ਰਿਤ। ਉਹ ਅੰਮ੍ਰਿਤ ਸਾਡੇ ਮੁੱਖ ਦੇ ਵਿੱਚ ਮਾਲਕ ਜਦੋਂ ਪਾ ਦਿੰਦੇ, ਉਹ ਸਾਨੂੰ ਸਦਾ ਵਾਸਤੇ ਫਿਰ ਜਿਉਂਦੇ ਕਰ ਦਿੰਦੇ, ਸਦਾ ਲਈ ਅਮਰ ਕਰ ਦਿੰਦੇ ਵੀ ਦੁਬਾਰਾ ਸਾਡੀ ਮੌਤ ਨਹੀਂ ਹੁੰਦੀ। ਮਾਰੇ ਫਰਮਾਉਂਦੇ ਹਰ ਅੰਮ੍ਰਿਤ ਰਸ ਪਾਇਆ, ਮੋਇਆ ਜੀਵਾਇਆ, ਫਿਰ ਬਹੁਰ ਮਰਨ ਨਾ ਹੋਈ। ਬਈ ਫਿਰ ਦੁਬਾਰਾ ਨਹੀਂ ਮੌਤ ਹੁੰਦੀ ਜਦੋਂ ਮਾਲਕ ਸਾਡੇ ਮੁੱਖ 'ਚੋਂ ਅੰਮ੍ਰਿਤ ਰਸ ਪਾ ਦਿੰਦੇ। ਹੁਣ ਇਹ ਅੰਮ੍ਰਿਤ ਉਹਨਾਂ ਦੇ ਮੁੱਖ 'ਚ ਮਾਲਕ ਨੇ ਪਾਇਆ ਜਿਹੜੇ ਜਿਉਂਦੇ ਜੀ ਮਰੇ, ਸ਼ਬਦ ਦੇ ਨਾਲ ਜੁੜੇ, ਅਤੇ ਉਹਨਾਂ ਦੇ ਮੁੱਖ 'ਚ ਅੰਮ੍ਰਿਤ ਪਾ ਕੇ ਉਹਨਾਂ ਨੂੰ ਸਦਾ ਲਈ ਅਮਰ ਕਰ ਦਿੱਤਾ, ਸਦਾ ਲਈ ਜਿਉਂਦੇ ਕਰ ਦਿੱਤਾ। ਫਿਰ ਉਹ ਗੁਰਮੁਖ ਆਪਾਂ ਨੂੰ ਅੱਗੇ ਦਾ ਭੇਜ ਦਿੰਦੇ, ਫਿਰ ਉਹ ਆਪਾਂ ਨੂੰ ਦੱਸਦੇ ਬਈ ਮਰਨ ਤੋਂ ਬਾਅਦ ਕੀ ਹੁੰਦਾ ਹੈ, ਕਿਹੜੀ ਹਾਲਤ ਹੁੰਦੀ ਮੌਤ ਵੇਲੇ, ਅਤੇ ਅੱਗੇ ਕੀ ਵਾਪਰਦਾ ਹੈ। ਜਿਹੜੇ ਮਨਮੁਖ ਨੇ ਉਹਨਾਂ ਦੀ ਕੀ ਹਾਲਤ ਹੁੰਦੀ, ਉਹ ਕਿਹੜੇ ਰਾਹ ਜਾਂਦੇ। ਜਿਹੜੇ ਗੁਰਮੁਖ ਨੇ ਉਹਨਾਂ ਦੀ ਕੀ ਅਵਸਥਾ, ਉਹ ਕਿਵੇਂ ਜਾਂਦੇ। ਉਹ ਸਾਰਾ ਫਿਰ ਆਪਾਂ ਨੂੰ ਅੱਗੇ ਦਾ ਭੇਜ ਦਿੱਤੀ ਜਾਂਦੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇੱਕ ਤਾਂ ਹੈ ਸੰਸਾਰ ਦੀ ਮੌਤ, ਪਰ ਇਹ ਜੀਵਾਂ ਨੂੰ ਮਰਨਾ ਨਹੀਂ ਆਉਂਦਾ, ਇਹਨਾਂ ਨੇ ਮਰਨਾ ਸਿੱਖਿਆ ਨਹੀਂ। ਮਾਰੇ ਕਹਿੰਦੇ ਕਬੀਰ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ, ਬਾਹਰ ਨਾ ਮਰਨਾ ਹੋਈ। ਬਈ ਇੱਕ ਤਾਂ ਸੰਸਾਰ ਦੇ ਵਿੱਚ ਮੌਤ, ਪਰ ਸਤਿਗੁਰੂ ਕਹਿੰਦੇ ਇਹਨਾਂ ਨੂੰ ਮਰਨਾ ਆਉਂਦਾ ਨਹੀਂ। ਇੱਕ ਐਸੀ ਵੀ ਮੌਤ ਹੈ ਜੇ ਅਸੀਂ ਮਰ ਜਾਈਏ
ਤੇ ਦੁਬਾਰਾ ਸਾਡਾ ਮਰਨ ਨਹੀਂ ਹੁੰਦਾ, ਦੁਬਾਰਾ ਸਾਡਾ ਜਨਮ ਮਰਨ ਇੱਕ ਸਦਾ ਵਾਸਤੇ ਕੱਟਿਆ ਜਾਂਦਾ, ਸਦਾ ਲਈ ਅਸੀਂ ਅਮਰ ਹੋ ਜਾਂਦੇ। ਹੜੋ ਸ਼ਬਦ ਦੁਬਾਰਾ ਫਿਰ ਆਪਾਂ ਮਰਨਾ ਸਿੱਖਣਾ। ਭਾਈਆਂ ਮਹਾਰਾਜ ਸਾਨੂੰ ਸਮਝਾਉਂਦੇ, ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਫਿਰ ਗੁਰੂ ਸਾਨੂੰ ਇਹ ਮਰਨਾ ਸਿਖਾਉਂਦੇ ਅਤੇ ਸਾਨੂੰ ਕਹਿੰਦੇ ਵੀ ਜੇ ਤੁਸੀਂ ਭੁੱਲ ਗਏ ਹੋ ਮਰਨਾ, ਅਤੇ ਤੁਸੀਂ ਵੀ ਇਹ ਮਰਨਾ ਸਿੱਖ ਲਓ। ਸਤਿਗੁਰੂ ਫਰਮਾਉਂਦੇ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਬਈ ਜੇ ਹੁਣ ਅਸੀਂ ਇਹ ਮਰਨਾ ਸਿੱਖ ਲਾਂਗੇ ਅਤੇ ਅਸੀਂ ਸਦਾ ਲਈ ਸਾਡਾ ਮੁਖ ਉਜਲ ਹੋ ਜਾਣ, ਸਦਾ ਵਾਸਤੇ ਅਸੀਂ ਜੀਵਨ ਮੁਕਤ ਹੋ ਜਾਣ। ਹੜੇ ਫਿਰ ਆਪਾਂ ਜਿਉਂਦੇ ਜੀ ਮਰਨਾ ਕਹਿੰਦੇ ਇਹ ਦੇਹ ਤੋਂ ਵਧੇ ਹੋਣ, ਸਰੀਰ ਤੋਂ ਵੱਖ ਹੋਣ, ਸਰੀਰ ਤੋਂ ਅਲੱਗ ਹੋਣ। ਵੈਸੇ ਤਾਂ ਆਪਾਂ ਰੋਜ਼ ਹੀ ਮਰਦੇ, ਜਦੋਂ ਇਹ ਰਾਤ ਹੁੰਦੀ ਆਪਾਂ ਇਹ ਸਰੀਰ ਤੋਂ ਅਲੱਗ ਹੋ ਜਾਂਦੇ, ਸਮਝ ਲਓ ਅਸੀਂ ਇੱਧਰੋਂ ਮਰ ਗਏ। ਜਦੋਂ ਆਪਾਂ ਮਰ ਜਾਂਦੇ ਸਾਨੂੰ ਸੰਸਾਰ ਦਾ ਸਾਰਾ ਕੁਝ ਭੁੱਲ ਜਾਂਦਾ। ਪਾਈਓ ਜਦੋਂ ਆਪਾਂ ਰਾਤ ਨੂੰ ਇਹ ਪਾਉਣ ਤੋਂ ਵੱਖ ਹੋ ਜਾਂਦੇ ਹਾਂ, ਸਾਨੂੰ ਇੱਧਰ ਦਾ ਕੋਈ ਯਾਦ ਨਹੀਂ ਰਹਿੰਦਾ ਵੀ ਸਾਡਾ ਮਾਂ ਪਿਓ ਕੌਣ ਹੈ, ਸਾਡਾ ਪਰਿਵਾਰ ਕਿਹੜਾ ਹੈ, ਕਿੰਨੇ ਸਾਡੇ ਪਰਿਵਾਰ ਦੇ ਮੈਂਬਰ ਨੇ, ਅਸੀਂ ਕਿੰਨੇ ਭੈਣ ਭਰਾ, ਸਾਡੇ ਕਿੰਨੇ ਧੀਆਂ ਪੁੱਤਰ ਨੇ, ਉਹ ਸਭ ਕੁਝ ਸਾਨੂੰ ਭੁੱਲ ਜਾਂਦਾ ਕਿਉਂਕਿ ਅਸੀਂ ਮਰ ਗਏ ਇੱਧਰ। ਹੁਣ ਇਹ ਤਾਂ ਹੈ ਸਾਨੂੰ ਕੁਦਰਤ ਵੱਲੋਂ ਇਹ ਸਰੀਰ ਤੋਂ ਵੱਖ ਰਹਿ ਜਾਂਦਾ, ਪਰ ਗੁਰਮਤਿ ਦੇ ਵਿੱਚ ਅਸੀਂ ਹੁਣ ਆਪਦੇ ਆਪ ਸਿੱਖਣਾ, ਇਹ ਸਰੀਰ ਤੋਂ ਅਲੱਗ ਹੋਣਾ, ਦੇਹ ਤੋਂ ਵਧੇ ਹੋਣਾ, ਇਹਨੂੰ ਕਹਿੰਦੇ ਜਿਉਂਦੇ ਜੀ ਮਰਨਾ ਸਿੱਖਣਾ। ਵੀ ਹੁਣ ਆਪਾਂ ਇਹ ਸਿਮਰਨ ਕਰਦੇ ਕਰਦੇ, ਅਭਿਆਸ ਕਰਦੇ ਕਰਦੇ ਅਸੀਂ ਇਸ ਸਰੀਰ ਤੋਂ ਅਲੱਗ ਹੋਣਾ। ਸਭ ਤੋਂ ਪਹਿਲੀ ਸਟੇਜ ਹੈ ਵੀ ਸਿਮਰਨ ਕਰਦੇ ਕਰਦੇ ਅਸੀਂ ਸੁੰਨ ਵਿੱਚ ਜਾਣਾ, ਸੁੰਨ ਸਮਾਧੀ 'ਚ ਜਾਣਾ। ਸੁੰਨ ਕਹਿੰਦੇ ਜਿਹਨੂੰ ਆਪਾਂ ਆਪਣੀ ਭਾਸ਼ਾ ਦੇ ਵਿੱਚ ਨੀਂਦ ਕਹਿੰਦੇ, ਜਿਹਨੂੰ ਆਪਾਂ ਕਹਿੰਦੇ ਵੀ ਸੁੱਤੇ ਪਏ ਨੇ, ਸੌਂ ਗਏ ਨੇ। ਗੁਰਬਾਣੀ ਗੁਰੂ ਵਿੱਚ ਉਹਨੂੰ ਸੁੰਨ ਆਖੀ। ਹੁਣ ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਕਰਦੇ ਆਪਾਂ ਨੂੰ ਨੀਂਦ ਆ ਜਾਂਦੀ, ਆਪਾਂ ਸੌਂ ਜਾਂਦੇ ਹਾਂ। ਜਦੋਂ ਆਪਾਂ ਸੌਂ ਜਾਂਦੇ ਹਾਂ ਸਾਡੀ ਫੇਰ ਅੱਖ ਖੁੱਲ੍ਹਦੀ ਹੈ, ਕਿੰਨਾ ਕੁ ਸਮਾਂ ਲੰਘ ਗਿਆ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਆਪਾਂ ਆਪਦੇ ਘਰ ਚਲੇ ਗਏ, ਸੁੰਨ 'ਚ ਚਲੇ ਗਏ। ਫਿਰ ਆਪਾਂ ਸਤਿਗੁਰਾਂ ਤੋਂ ਪੁੱਛਦੇ, ਗੁਰਬਾਣੀ ਗੁਰੂ ਤੋਂ, ਵੀ ਅਸੀਂ ਕਿੱਥੇ ਚਲੇ ਗਏ ਸੀ, ਸਾਨੂੰ ਪਤਾ ਹੀ ਨਹੀਂ ਲੱਗਿਆ। ਜਿਵੇਂ ਕਈ ਗੁਰਮੁਖ ਉਹ ਦੱਸਦੇ ਵੀ ਜਦੋਂ ਅਸੀਂ ਸਿਮਰਨ ਕਰਨ ਲੱਗਦੇ ਹਾਂ ਅਤੇ ਉਹ ਸਾਨੂੰ ਨੀਂਦ ਆ ਜਾਂਦੀ ਅਤੇ ਉਹ ਬਾਅਦ 'ਚੋਂ ਪਛਤਾਵਾ ਹੀ ਹੁੰਦਾ ਵੀ ਅਸੀਂ ਤਾਂ ਸੌਂ ਕੇ ਸਮਾਂ ਕੱਢ ਲਿਆ, ਵੀ ਉਹ ਬੈਠੇ ਦਾ ਸਿਮਰਨ ਕਰਨ ਸੀ ਅਤੇ ਉਹ ਅਸੀਂ ਸੌਂ ਗਏ ਅਤੇ ਸਾਨੂੰ ਤਾਂ ਬੜਾ ਪਛਤਾਵਾ ਰਹਿੰਦਾ ਵੀ ਸੌਂ ਕੇ ਸਮਾਂ ਲੰਘ ਗਿਆ। ਅਸਲ ਦੇ ਵਿੱਚ ਉਹ ਸਾਨੂੰ ਪਛਤਾਉਣ ਦੀ ਲੋੜ ਨਹੀਂ ਹੈ ਉਦੋਂ, ਕਿਉਂਕਿ ਇਸ ਸਿਮਰਨ ਦਾ ਮਕਸਦ ਇਹ ਹੈ, ਸਿਮਰਨ ਕਰਕੇ ਅਸੀਂ ਸੁੰਨ 'ਚ ਜਾਣਾ, ਸਾਨੂੰ ਨੀਂਦ ਆ ਜਾਏ। ਇਹ ਜਿਹੜਾ ਸਰੀਰ ਹੈ ਇਹਨੂੰ ਬਗਾਨਾ ਘਰ ਕਹਿੰਦੇ, ਇਹ ਬਗਾਨਾ ਦੇਸ਼, ਇਹਨੂੰ ਕਾਲ ਦਾ ਦੇਸ਼ ਕਹਿੰਦੇ, ਇਹਨੂੰ ਲੋਕ ਕਹਿੰਦੇ। ਜਦ ਤੱਕ ਅਸੀਂ ਇਹ ਸਰੀਰ ਦੇ ਵਿੱਚ ਰਵਾਂਗੇ ਸਾਡਾ ਮਨ ਪਾਉਣ 'ਚ ਮਿਲਿਆ ਰਹੇਗਾ, ਸਾਡੇ ਵਿਚਾਰ ਨਹੀਂ ਰੁਕਣਗੇ, ਸਾਨੂੰ ਫੌਰਨ ਕੋਈ ਨਾ ਕੋਈ ਵਿਚਾਰ ਆਉਂਦਾ ਹੀ ਰਹਿਣਾ। ਜਦੋਂ ਹੁਣ ਆਪਾਂ ਹੀ ਸਿਮਰਨ ਕਰਦੇ ਹਾਂ, ਪਾਉਣ ਤੋਂ ਸਾਡਾ ਮਨ ਅਲੱਗ ਹੋ ਜਾਂਦਾ ਇਹਨਾਂ ਪੁਰਾਣਾਂ ਤੋਂ, ਸਵਾਸਾਂ ਤੋਂ, ਅਤੇ ਅਸੀਂ ਇਹ ਬੇਗਾਨੇ ਘਰ ਨੂੰ ਛੱਡ ਦਿੰਦੇ ਹਾਂ, ਅਸੀਂ ਆਪਦੇ ਘਰ ਚਲੇ ਗਏ ਸੁੰਨ ਦੇ ਵਿੱਚ। ਸੁੰਨ ਕਹਿੰਦੇ ਆ ਖਾਲੀ ਖਲਾ ਨੂੰ, ਜਿਹੜਾ ਇਹ ਆਪਾਂ ਧਰਤੀ ਤੋਂ ਅਸਮਾਨ ਤੱਕ ਦੇਖਦੇ ਹਾਂ, ਇਹ ਖਾਲੀ ਖਲਾ, ਇਹਨੂੰ ਨਿਰਗੁਣ ਕਹਿੰਦੇ, ਅਤੇ ਇਹ ਸਾਰਾ ਸੁੰਨ ਹੀ ਸੁੰਨ ਹੈ।
ਜਿਵੇਂ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਵੇਂ ਜਿੱਧਰ ਖਾਲੀ ਇਲਾਕਾ ਹੋਵੇ ਕਹਿੰਦੇ ਸੁੰਨ ਸਿਰਾਂ ਹੀ ਪਈ ਹੈ ਸਾਰਾ, ਵੀ ਉਹ ਸੁੰਨ ਹੀ ਸੁੰਨ, ਕੋਈ ਇੱਧਰ ਆਵਾਜਾਈ ਨਹੀਂ, ਘੱਟ ਹੀ ਜਾਂਦੇ ਇੱਧਰ 'ਚ। ਇਸੇ ਤਰ੍ਹਾਂ ਹੀ ਇਹ ਜਿਹੜਾ ਖਾਲੀ ਖਲਾ ਫਿਰ ਇਹਨੂੰ ਸੁੰਨ ਕਹਿੰਦੇ। ਪਹਿਲਾਂ ਆਪਾਂ ਹੀ ਸਰੀਰ 'ਚ ਵੱਸਦੇ ਹਾਂ, ਆਪਾਂ ਸਿਮਰਨ ਕੀਤਾ, ਇਹ ਸਰੀਰ ਨੂੰ ਛੱਡ ਕੇ ਅਸੀਂ ਇੱਥੇ ਸੁੰਨ 'ਚ ਆ ਗਏ, ਆ ਖਾਲੀ ਖਲਾ 'ਚ ਆ ਗਏ। ਇੱਥੇ ਸੁੰਨ 'ਚ ਆ ਕੇ ਸਾਡਾ ਮਨ ਸਮਾ ਜਾਂਦਾ, ਜਿਹਨੂੰ ਆਪਾਂ ਕਹਿੰਦੇ ਵੀ ਨੀਂਦ ਆ ਗਈ ਸਾਨੂੰ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਪਾਸੋਂ ਪੁੱਛਦੇ, ਫਿਰ ਆਪਾਂ ਨੂੰ ਸਤਿਗੁਰੂ ਦੱਸਦੇ, ਸਤਿਗੁਰ ਤੇ ਪਾਈ ਵਿਚਾਰਾ, ਸੁੰਨ ਸਮਾਧ ਸੱਚੇ ਘਰ ਵਾਰ। ਬਈ ਪਹਿਲਾਂ ਅਸੀਂ ਇਹ ਬੇਗਾਨੇ ਘਰ ਵਿੱਚ ਵੱਸਦੇ ਸੀ, ਅਤੇ ਆਪਾਂ ਇਹ ਬੇਗਾਨੇ ਘਰ ਨੂੰ ਖਾਲੀ ਕਰਕੇ ਅਸੀਂ ਸੁੰਨ 'ਚ ਆ ਗਏ, ਆਪਦੇ ਘਰ ਆ ਗਏ। ਆਪਾਂ ਇੱਥੇ ਵੱਸਦੇ ਆ ਖਾਲੀ ਖਲਾ ਦੇ ਵਿੱਚ। ਫਿਰ ਜਦੋਂ ਅਸੀਂ ਇੱਥੇ ਆ ਜਾਂਦੇ ਹਾਂ, ਇੱਧਰੋਂ ਸਰੀਰ ਦੇ ਨਾਲੋਂ ਸਾਡਾ ਮਨ ਅਲੱਗ ਹੋ ਗਿਆ। ਇਹਨੂੰ ਕਹਿੰਦੇ ਦੇਹ ਤੋਂ ਵਧੇ ਹੋਣਾ। ਇਹ ਅਸੀਂ ਸਿੱਖਣਾ ਹੁੰਦਾ, ਫਿਰ ਵਾਰ-ਵਾਰ ਅਸੀਂ ਆਪਦੀ ਇੱਛਾ ਦੁਆਰਾ। ਬਈ ਜਦੋਂ ਸਾਡੀ ਇੱਛਾ ਅਸੀਂ ਦੇਖੀਏ ਇੱਧਰ ਵੀ ਵਿਚਾਰ ਸਾਡੇ 'ਤੇ ਜ਼ਿਆਦਾ ਹਾਵੀ ਹੋ ਰਹੇ, ਜਾਂ ਅਸੀਂ ਇੱਧਰ ਸਾਨੂੰ ਕੋਈ ਕੰਮ ਕਾਰ ਨਹੀਂ, ਅਸੀਂ ਵਿਹਲੇ ਹਾਂ, ਉਦੋਂ ਹੀ ਅਸੀਂ ਸੁੰਨ ਦੇ ਵਿੱਚ ਚਲੇ ਜਾਣਾ, ਘਰ ਨੂੰ ਖਾਲੀ ਕਰ ਦੇਣਾ ਫਟਾਫਟ। ਅਤੇ ਫਿਰ ਅਸੀਂ ਇੰਨੀ ਛੇਤੀ ਸਿੱਖ ਲੈਣਾ ਹੁੰਦਾ ਵੀ ਅੱਖ ਦੇ ਫੁਲਕਾਰੇ ਨਾਲ ਹੀ ਜਦੋਂ ਸਾਡੀ ਇੱਛਾ ਅਸੀਂ ਇੱਧਰ ਚਲੇ ਜਾਈਏ, ਇਹ ਸਰੀਰ ਨੂੰ ਛੱਡ ਦਿੱਤਾ, ਸੁੰਨ 'ਚ ਆ ਗਈ। ਜਦੋਂ ਸਾਡੀ ਇੱਛਾ ਇੱਧਰੋਂ ਫਿਰ ਇੱਥੋਂ ਫਿਰ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਈ। ਇਹ ਇੰਨੀ ਛੇਤੀ ਸਿੱਖ ਲਓ। ਮਹਾਰਾਜ ਕਹਿੰਦੇ ਜੀਵਤ ਮਰੇ, ਮਰੇ ਫੁਨ ਜੀਵੇ, ਐਸੇ ਸੁੰਨ ਸਮਾਇਆ। ਵੀ ਅੱਖ ਦੇ ਫੁਲਕਾਰੇ ਨਾਲ ਹੀ ਸਾਡੀ ਇੱਛਾ, ਅਸੀਂ ਇਹ ਸਰੀਰ ਨੂੰ ਖਾਲੀ ਕਰਕੇ ਲੋਕ ਨੂੰ, ਘਰ ਨੂੰ, ਅਸੀਂ ਇੱਥੇ ਸੁੰਨ 'ਚ ਜਾ ਬੈਠੇ। ਅਤੇ ਜਦੋਂ ਇੱਛਾ ਵੀ ਇੱਧਰ ਕੋਈ ਕੰਮ ਕਾਰ ਕਰਨਾ, ਅਤੇ ਇੱਥੋਂ ਉੱਠੇ ਅਤੇ ਇਹਦੇ ਵਿੱਚ ਪ੍ਰਵੇਸ਼ ਹੋ ਗਈ, ਇੱਧਰ ਆ ਗਈ। ਇਹ ਫਿਰ ਅਸੀਂ ਸਿੱਖਣਾ ਹੁੰਦਾ। ਇਹਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਜਿਉਂਦੇ ਜੀ ਮਰਨਾ ਸਿੱਖਣਾ। ਵੀ ਆਪਦੀ ਇੱਛਾ ਦੁਆਰਾ, ਜਦੋਂ ਸਾਡੀ ਇੱਛਾ ਅਸੀਂ ਇੱਥੇ ਚਲੇ ਜਾਈਏ, ਜਦੋਂ ਇੱਛਾ ਇੱਥੋਂ ਫਿਰ ਇਹਦੇ 'ਚ ਪ੍ਰਵੇਸ਼ ਹੋ ਜਾਈਏ ਸਰੀਰ ਦੇ ਵਿੱਚ। ਇਹ ਫਿਰ ਜਦੋਂ ਅਸੀਂ ਵਾਰ-ਵਾਰ ਸੁੰਨ ਦੇ ਵਿੱਚ ਜਾਂਦੇ ਹਾਂ, ਵਾਰ-ਵਾਰ ਇੱਥੇ ਜਾਂਦੇ ਹਾਂ, ਫਿਰ ਇੱਥੋਂ ਸੁੰਨ ਦੇ ਵਿੱਚੋਂ ਹੀ ਸ਼ਬਦ ਪ੍ਰਗਟ ਹੁੰਦਾ, ਜਿਹਨੂੰ ਨਾਮ ਆਖੇ, ਜਿਹਨੂੰ ਸ਼ਬਦ ਗੁਰੂ ਆਖੇ, ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ। ਫਿਰ ਜਦੋਂ ਸਾਡਾ ਮਨ ਇੱਥੇ ਜਾ ਕੇ ਸੁੰਨ ਦੇ ਵਿੱਚ ਜੇ ਸਮਾ ਵੀ ਜਾਂਦਾ ਹੈ, ਇੱਥੋਂ ਫਿਰ ਮਾਲਕ ਸਾਨੂੰ ਸੁੰਨ ਦੇ ਵਿੱਚੋਂ ਆਵਾਜ਼ ਦੇ ਕੇ ਉਹ ਸਾਡੇ ਮਨ ਨੂੰ ਉਠਾ ਲੈਂਦੀ। ਮਹਾਰਾਜ ਇਸੇ ਫਰਮਾਉਂਦੇ, ਧੁਨ ਉਪਜੀ ਸ਼ਬਦ ਜਗਾਇਆ। ਵੀ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਿਆ, ਅਤੇ ਸਾਡਾ ਮਨ ਸੀ ਜਿਹੜਾ ਮਨ ਜਾਗ ਪਿਆ। ਹੌਲੀ ਜਦੋਂ ਆਪਣਾ ਮਨ ਜਾਗਦਾ, ਫਿਰ ਇਸੇ ਖਾਲੀ ਖਲਾ ਦੇ ਵਿੱਚ ਉਹ ਸ਼ਬਦ ਨੂੰ ਸੁਣਦਾ, ਉਹ ਨਾਮ ਨੂੰ ਸੁਣਦਾ। ਜਦੋਂ ਅਸੀਂ ਇਹ ਆਵਾਜ਼ ਨੂੰ ਸੁਣਾਂਗੇ, ਉਦੋਂ ਫਿਰ ਆਪਣਾ ਇੱਧਰੋਂ ਪਾਉਣ ਦੇ ਨਾਲੋਂ ਅਸੀਂ ਸੰਪਰਕ ਤੋੜ ਕੇ ਉਹ ਸ਼ਬਦ ਦੇ ਨਾਲ ਜੋੜ ਦਿੱਤਾ, ਨਾਮ ਦੇ ਨਾਲ ਜੋੜ ਦਿੱਤਾ। ਜਦੋਂ ਸ਼ਬਦ ਗੁਰੂ ਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ, ਉਦੋਂ ਕਹਿੰਦੇ ਵੀ ਹੁਣ ਇਹ ਭਗਤੀ ਕਰਨ ਲੱਗੇ ਨੇ, ਉਹਨੂੰ ਕਹਿੰਦੇ ਸ਼ਬਦ ਗੁਰੂ। ਉਹ ਸ਼ਬਦ ਗੁਰੂ ਦੇ ਵਿੱਚ ਅਸੀਂ ਸਮਾਉਣਾ ਹੈ, ਅਸੀਂ ਉਹਨੂੰ ਸੁਣੀ ਜਾਣਾ। ਮਾਲਕ ਉੱਥੇ ਬੋਲੀ ਜਾਂਦਾ ਹੈ, ਅਤੇ ਸਾਡੇ ਮਨ ਨੇ, ਸਾਡੀ ਸੁਰਤੀ ਨੇ ਬਸ ਸੁਣਨਾ ਹੈ। ਬਸ ਇਹ ਸੇਵਾ ਹੈ, ਇਹ ਭਗਤੀ ਹੈ।
ਇੱਧਰ ਜਦੋਂ ਅਸੀਂ ਇਸ ਸਰੀਰ ਦੇ ਵਿੱਚ ਹੁੰਦੇ ਹਾਂ, ਇੱਧਰ ਸਾਨੂੰ ਇਹ ਭਗਤੀ ਨਹੀਂ ਕਰਨ ਦਿੰਦੀ। ਇਹ ਕਾਲ ਦਾ ਦੇਸ਼ ਹੈ, ਬੇਗਾਨਾ ਦੇਸ਼, ਬੇਗਾਨਾ ਘਰ। ਇਹ ਕਹਿੰਦੇ ਵੀ ਜੇ ਤੁਸੀਂ ਭਗਤੀ ਕਰਨੀ ਹੈ ਤੇ ਆਪਦੇ ਘਰ ਜਾ ਕੇ ਭਗਤੀ ਕਰੋ। ਸਾਡੇ ਘਰ ਦੇ ਵਿੱਚ ਤੁਹਾਡੇ ਵਾਸਤੇ ਭਗਤੀ ਕਰਨ ਲਈ ਕੋਈ ਸੁੱਖ ਸਹੂਲਤ ਨਹੀਂ ਹੈ। ਇਹ ਬੇਗਾਨਾ ਦੇਸ਼, ਬੇਗਾਨਾ ਘਰ ਹੈ। ਸਾਡੇ ਮਨ ਵਾਸਤੇ ਇਹਦੇ ਵਿੱਚ ਪੂਜਾ ਦਾ ਸਥਾਨ ਨਹੀਂ ਹੈ। ਜੇ ਸਾਡੇ ਮਨ ਨੇ ਭਗਤੀ ਕਰਨੀ, ਸਾਡੇ ਮਨ ਦੀ ਇੱਛਾ ਵੀ ਮੈਂ ਪੂਜਾ ਕਰਾਂ, ਇਹ ਆਪਦੇ ਘਰ ਜਾ ਕੇ ਕਰ ਸਕਦਾ, ਥਿਰ ਘਰ ਦੇ ਵਿੱਚ, ਸੁੰਨ ਦੇ ਵਿੱਚ। ਸਾਡੇ ਅੰਦਰ ਹੀ ਮਾਲਕ ਨੇ ਉਹ ਪੂਜਾ ਵਾਸਤੇ ਮਨ ਲਈ ਘਰ ਬਣਾਏ। ਮਾਰੇ ਕਹਿੰਦੇ ਅੰਤਰ ਪੂਜਾ ਥਾਨ ਮਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਸਾਡੇ ਅੰਦਰ ਹੀ ਉਹ ਥਾਂ ਹੈ ਜਿੱਥੇ ਮਨ ਨੇ ਜਾ ਕੇ ਪੂਜਾ ਕਰਨੀ, ਜਿੱਥੇ ਜਾ ਕੇ ਮਨ ਨੇ ਸੇਵਾ ਕਰਨੀ। ਔਰ ਇਹ ਜਿਹੜਾ ਸਰੀਰ ਇਹ ਬੇਗਾਨਾ ਹੈ, ਇਹ ਬੇਗਾਨਾ ਦੇਸ਼ ਹੈ। ਅਤੇ ਜੇ ਅਸੀਂ ਆਖੀਏ ਵੀ ਇਹਦੇ ਵਿੱਚ ਪੂਜਾ ਕਰੀਏ ਤਾਂ ਉਹ ਕਰ ਨਹੀਂ ਦੇਣਗੇ ਸੀ। ਉਹ ਕਹਿੰਦੇ ਪੂਜਾ ਕਰਨੀ ਤੇ ਆਪਦੇ ਘਰ ਜਾ ਕੇ ਕਰ, ਤੁਸੀਂ ਭਗਤੀ ਕਰਨੀ ਹੈ ਤੇ ਆਪਦੇ ਘਰ ਜਾ ਕੇ ਭਗਤੀ ਕਰੋ। ਇਹ ਸਰੀਰ ਦੇ ਵਿੱਚ ਅਸੀਂ ਸਿਰਫ ਇੱਥੇ ਕਰਮ ਕਰਨ ਵਾਸਤੇ ਆਉਂਦੇ ਹਾਂ, ਕੁਝ ਸਮੇਂ ਵਾਸਤੇ, ਅਤੇ ਅਸੀਂ ਇੱਥੇ ਰਹਿ ਵੀ ਨਹੀਂ ਸਕਦੇ ਕਿਉਂਕਿ ਸਾਡੇ ਰਹਿਣ ਵਾਸਤੇ ਇੱਥੇ ਕੋਈ ਪ੍ਰਬੰਧ ਨਹੀਂ ਮੰਨ ਲਈ। ਇਹ ਜਿਹੜੇ ਦੇਸ਼ ਦੇ 5 ਜਰਨੈਲ ਨੇ ਕਾਲ ਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕਹਿੰਦੇ ਵੀ ਸਾਡੇ ਦੇਸ਼ ਦੇ ਵਿੱਚ ਤੁਸੀਂ ਇੱਥੇ ਰਾਤ ਨਹੀਂ ਰਹਿ ਸਕਦੇ। ਸਾਡੇ ਘਰ ਦੇ ਵਿੱਚ ਤੁਹਾਡੇ ਲਈ ਰਾਤ ਲੈਣ ਲਈ ਪ੍ਰਬੰਧ ਨਹੀਂ ਹੈ। ਤੁਸੀਂ ਇਹਨੂੰ ਖਾਲੀ ਕਰੋ, ਇੱਥੋਂ ਜਾਓ ਅਤੇ ਆਪਦੇ ਘਰ ਜਾਓ, ਉੱਥੇ ਜਾ ਕੇ ਸੋਇਓ, ਆਪਦੇ ਘਰ ਜਾ ਕੇ ਆਰਾਮ ਕਰਿਓ। ਇੱਥੇ ਤੁਹਾਡੇ ਵਾਸਤੇ ਨਹੀਂ ਹੈ ਕੁਝ ਵੀ। ਜੇ ਅਸੀਂ ਜ਼ਿਆਦਾ ਆਖਾਂਗੇ ਵੀ ਅਸੀਂ ਜਾਣਾ ਨਹੀਂ, ਅਸੀਂ ਵੱਧ ਕਰਮ ਕਰਨਾ ਇੱਧਰ, ਇਹ ਸਾਨੂੰ ਕਮਲਾ ਕਰ ਦੇਣ। ਆਪ ਦੇਖਦੇ ਵੀ 2-4 ਦਿਨ ਜੀਵ ਨਾ ਸੌਵੇਂ ਅਤੇ ਉੱਦਾਂ ਹੀ ਕਮਲਾ ਹੋ ਜਾਂਦਾ, ਕਿਉਂਕਿ ਕਮਲਾ ਕਰ ਦਿੰਦੇ। ਬਈ ਸਾਡਾ ਦੇਸ਼ ਤੁਸੀਂ ਖਾਲੀ ਕਰੋ, ਸਾਡਾ ਘਰ ਖਾਲੀ ਕਰੋ, ਇੱਥੇ ਨਹੀਂ ਰਹਿ ਸਕਦੇ, ਇੱਥੋਂ ਬਾਹਰ ਨਿਕਲੋ। ਇਸ ਵਾਸਤੇ ਫਿਰ ਆਪਣੇ ਮਨ ਵਾਸਤੇ ਇੱਥੇ ਕੁਝ ਨਹੀਂ ਹੈ। ਇਸ ਲੋਕ ਦੇ ਵਿੱਚ ਮਨ ਲਈ ਕੋਈ ਸੁੱਖ ਸਹੂਲਤ ਨਹੀਂ ਹੈ। ਮਨ ਨੇ ਭਗਤੀ ਕਰਨੀ, ਮਨ ਨੇ ਪੂਜਾ ਕਰਨੀ, ਉਹ ਆਪਣੇ ਘਰ ਜਾ ਕੇ ਕਰਨੀ। ਸੁੰਨ ਦੇ ਵਿੱਚੋਂ ਸਾਡਾ ਸਾਰਾ ਖੇਲ ਸ਼ੁਰੂ ਹੁੰਦਾ ਮਨ ਦਾ। ਔਰ ਅੱਗੇ ਪੁਰਾਣੇ ਸਮੇਂ ਦੇ ਵਿੱਚ ਜੀਵ ਕੀ ਕਰਦੇ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਆ ਕੇ ਦੇਖਿਆ ਵੀ ਇਹ ਜੀਵਾਂ ਦੇ ਅੰਦਰ ਤੜਫ ਤਾਂ ਹੈਗੀ ਪਰਮਾਤਮਾ ਨੂੰ ਮਿਲਣ ਦੀ, ਅਤੇ ਵਿਛੋੜੇ ਦਾ ਦੁੱਖ ਵੀ ਮਹਿਸੂਸ ਕਰਦੇ ਨੇ, ਪਰ ਉਹਨਾਂ ਨੂੰ ਭਗਤੀ ਦਾ ਗਿਆਨ ਨਹੀਂ ਸੀ। ਉਹ ਭਗਤੀ ਕਰਦੇ ਆਪੋ ਆਪਣੀ ਮੱਤ ਦੁਆਰਾ, ਇਸ ਸਰੀਰ ਦੁਆਰਾ ਭਗਤੀ ਕਰਦੇ, ਇਸ ਸਰੀਰ ਨੂੰ ਦੁੱਖ ਦਿੰਦੇ। ਕੋਈ ਜੀਵ ਪਾਣੀ ਦੇ ਵਿੱਚ ਖੜ੍ਹਾ ਹੋ ਜਾਂਦਾ, ਸਾਰੀ ਸਾਰੀ ਰਾਤ ਪਾਣੀ 'ਚ ਖੜ੍ਹੇ ਰਹਿੰਦੇ, ਬਈ ਜਿੰਨਾ ਜ਼ਿਆਦਾ ਜਾਗਾਂਗੇ ਓਨਾ ਭਗਤੀ ਜ਼ਿਆਦਾ ਕਰਾਂਗੇ। ਕੋਈ ਪੁੱਠਾ ਲਮਕ ਜਾਂਦਾ ਖੂਹ ਦੇ ਵਿੱਚ, ਕੋਈ ਰੱਸਾ ਬੰਨ੍ਹ ਕੇ ਲੱਤਾਂ ਨੂੰ ਕੋਈ ਖੂਹ 'ਚ ਲਮਕ ਜਾਂਦਾ, ਕੋਈ ਦਰੱਖਤ ਦੇ ਨਾਲ ਪੁੱਠਾ ਲਮਕ ਜਾਂਦਾ, ਲੱਤਾਂ ਬੰਨ੍ਹ ਲੈਂਦੇ ਉਹ ਪੁੱਠੇ ਲਮਕੇ ਹੋਏ ਦਰੱਖਤਾਂ ਦੇ ਨਾਲ, ਵੀ ਸਾਨੂੰ ਨੀਂਦ ਨਾ ਆਵੇ। ਜ਼ਿਆਦਾ ਜਾਗਾਂਗੇ ਅਤੇ ਜ਼ਿਆਦਾ ਭਗਤੀ ਕਰਾਂਗੇ। ਕੋਈ 4 ਚੁਫੇਰੇ ਆਪਦੇ ਅੱਗ ਬਾਲ ਲੈਂਦਾ, ਉਹ ਅੱਗ ਬਾਲ ਕੇ ਵਿੱਚ ਬੈਠ ਜਾਂਦਾ। ਜਾਣੀ ਦੀ ਵੱਖੋ ਵੱਖਰੇ ਜੀਵ ਸਾਧਨ ਅਪਣਾਉਂਦੇ। ਇਹ ਗੁਰੂ ਨਾਨਕ ਦੇਵ ਜੀ ਨੇ ਫਿਰ ਸਾਨੂੰ ਜਿਹੜੀ ਭਗਤੀ ਉਹ ਬੜੀ ਸੌਖੀ ਦੱਸੀ। ਉਹਨਾਂ ਨੇ ਆਖਿਆ, ਉਹਨਾਂ ਨੂੰ ਸਮਝਾਇਆ ਵੀ ਜਦ ਤੱਕ ਤੁਸੀਂ ਇਹ ਸਰੀਰ 'ਚ ਰਹੋਗੇ ਇੱਥੇ ਤਾਂ ਤੁਸੀਂ ਭਗਤੀ ਕਰ ਹੀ ਨਹੀਂ ਸਕਦੇ। ਇਹ ਤਾਂ ਤੁਸੀਂ ਜਿੰਨਾ ਸਮਾਂ ਸਰੀਰ 'ਚ ਰਹੋਗੇ ਤੁਹਾਡੇ ਵਿਚਾਰ ਹੀ ਨਹੀਂ ਰੁਕਣੇ, ਤੁਹਾਡੇ ਫੁਰਨ ਹੀ ਨਹੀਂ ਰੁਕਣੇ, ਤੁਹਾਨੂੰ ਕੋਈ ਨਾ ਕੋਈ ਵਿਚਾਰ ਫੁਰਨ ਆ ਹੀ ਜਾਣਾ। ਜਿੱਥੇ ਜੀਵ ਸਾਰੀ ਸਾਰੀ ਰਾਤ ਜਾਗਦੇ ਸੀ, ਇਸ ਸਰੀਰ ਨੂੰ ਕਸ਼ਟ ਦਿੰਦੇ ਸੀ, ਦੁੱਖ ਦਿੰਦੇ ਸੀ, ਗੁਰੂ ਨਾਨਕ ਦੇਵ ਜੀ ਨੇ ਆਖਿਆ ਵੀ ਜਿੰਨੀ ਛੇਤੀ ਹੋ ਸਕਦਾ ਇਸ ਸਰੀਰ ਨੂੰ ਖਾਲੀ ਕਰੋ।
ਬਈ ਜਿੰਨੀ ਛੇਤੀ ਤੁਸੀਂ ਸੌਵੋਗੇ ਓਨੀ ਛੇਤੀ ਸੌਣਾ ਸਿੱਖੋ, ਇਸ ਸਰੀਰ ਤੋਂ ਅਲੱਗ ਹੋਣਾ ਸਿੱਖੋ। ਇਸ ਕਰਕੇ ਫਿਰ ਉਹਨਾਂ ਨੇ ਭਗਤੀ ਜਿਹੜੀ ਉਹ ਭਗਤੀ ਦਾ ਰੁੱਖ ਹੀ ਬਦਲ ਦਿੱਤਾ। ਉਹਨਾਂ ਨੇ ਸਾਨੂੰ ਭਗਤੀ ਬੜੀ ਸੌਖੀ ਦੱਸੀ ਗੁਰੂ ਨਾਨਕ ਦੇਵ ਜੀ। ਬਈ ਇੱਧਰ ਸਾਰਾ ਜਿਹੜਾ ਖੇਲ ਚੱਲਦਾ ਵਿਚਾਰਾਂ ਦਾ, ਜਦ ਤੱਕ ਸਾਡਾ ਮਨ ਇੱਧਰ ਪਾਉਣ 'ਚ ਮਿਲਿਆ ਇਹ ਸਾਡੇ ਵਿਚਾਰ ਨਹੀਂ ਰੁਕਦੇ। ਉਹ ਕਹਿੰਦੇ ਤੁਸੀਂ ਇਹ ਪਾਉਣ ਤੋਂ ਅਲੱਗ ਹੋ ਜਾਓ। ਜਿਵੇਂ ਹੁਣ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਕਰਦੇ ਜਦੋਂ ਆਪਾਂ ਨੂੰ ਨੀਂਦ ਆ ਜਾਂਦੀ, ਇਹਨੂੰ ਕਹਿੰਦੇ ਪਾਉਣ ਤੋਂ ਅਲੱਗ ਹੋ ਜਾਣਾ। ਆਪਣੇ ਤੋਂ ਵਿਚਾਰ ਰੁਕ ਜਾਂਦੇ। ਜਦੋਂ ਆਪਣੇ ਵਿਚਾਰ ਰੁਕਦੇ ਆਪਾਂ ਫੇਰ ਹੀ ਸੁੰਨ 'ਚ ਜਾਂਦੇ, ਫੇਰ ਹੀ ਸਾਨੂੰ ਨੀਂਦ ਆਉਂਦੀ। ਹੁਣ ਜੇ ਆਪਾਂ ਆਖੀਏ ਵੀ ਅਸੀਂ ਸੌਣਾ ਹੀ ਨਹੀਂ, ਅਸੀਂ ਬਹੁਤਾ ਜਾਗਾਂਗੇ ਤਾਂ ਸਾਡਾ ਤਾਂ ਦਿਮਾਗੀ ਸੰਤੁਲਨ ਹੀ ਵਿਗੜ ਜਾਏਗਾ, ਆਪਾਂ ਕਮਲੇ ਹੋ ਜਾਵਾਂਗੇ। ਇਸ ਵਾਸਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬੜੀ ਸੌਖੀ ਭਗਤੀ ਦੱਸੀ ਵੀ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਸੌਂ ਜਾਓ, ਇਸ ਸਰੀਰ ਤੋਂ ਅਲੱਗ ਹੋ ਜਾਓ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹਾ ਭਗਤ ਨਰਾਰੀ। ਵੀ ਇਹ ਨਰਾਲੀ ਭਗਤੀ ਗੁਰੂ ਨਾਨਕ ਦੇ ਘਰ ਦੀ ਸੌਖੀ ਭਗਤੀ। ਬਈ ਸਾਨੂੰ ਸਾਰੀ ਸਾਰੀ ਰਾਤ ਜਾਗਣ ਦੀ ਲੋੜ ਨਹੀਂ, ਸਾਨੂੰ ਕੋਈ ਜੰਗਲਾਂ 'ਚ ਜਾਂ ਗੁਫਾਵਾਂ ਦੇ ਵਿੱਚ ਜਾ ਕੇ ਬੈਠਣ ਦੀ ਲੋੜ ਨਹੀਂ ਹੈ। ਆਪਾਂ ਘਰਾਂ 'ਚ ਹੀ ਰਹਿ ਕੇ ਸੰਸਾਰ ਦੇ ਵਿੱਚ ਰਹਿ ਕੇ ਭਗਤੀ ਕਰ ਸਕਦੇ, ਪਰ ਸਾਨੂੰ ਗਿਆਨ ਹੋਵੇ, ਸਾਨੂੰ ਸੋਝੀ ਹੋਵੇ ਵੀ ਭਗਤੀ ਕਰਨੀ ਕਿਵੇਂ ਹੈ। ਉਹਨਾਂ ਨੇ ਫਿਰ ਸਮਝਾਇਆ ਵੀ ਜਦ ਤੱਕ ਜੀਵ ਸਰੀਰ ਦੇ ਵਿੱਚ ਰਹਿ ਕੇ ਕਰੇਗਾ ਉਹਦੇ ਅੰਦਰੋਂ ਹਉਮੈ ਨਹੀਂ ਜਾਏਗੀ, ਹੰਕਾਰ ਨਹੀਂ ਜਾਏਗਾ। ਤਾਂਹੀਓ ਜੀਵ ਅੱਗੇ ਕੀ ਕਰਦੇ ਸੀ ਉਦੋਂ ਪੁਰਾਣੇ ਸਮੇਂ 'ਚ, ਉਹ ਕਈ ਸਾਲ ਤਪ ਕਰਦੇ ਰਹਿੰਦੇ ਇੱਦਾਂ ਵੀ ਸਰੀਰ ਨੂੰ ਕਸ਼ਟ ਦਿੰਦੇ, ਦੁੱਖ ਦਿੰਦੇ। ਅਤੇ ਉਹ ਜਦੋਂ ਤਪ ਕਰੀ ਜਾਂਦੇ ਅਤੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਸ਼ਕਤੀ ਆ ਜਾਂਦੀ, ਕਿਉਂਕਿ ਜਦੋਂ ਜੀਵ ਇੰਨਾ ਕਰਦਾ ਫਿਰ ਕੁਝ ਨਾ ਕੁਝ ਸ਼ਕਤੀ ਤਾਂ ਮਿਲਦੀ ਹੋਈ ਉਹਨੂੰ। ਪਰ ਉਹ ਜਦੋਂ ਸ਼ਕਤੀ ਮਿਲਦੀ, ਉਹ ਸ਼ਕਤੀ ਦੀ ਉਹ ਦੁਰਵਰਤੋਂ ਕਰਦੇ। ਉਹਨਾਂ ਦੇ ਅੰਦਰੋਂ ਹਉਮੈ ਹੰਕਾਰ ਤਾਂ ਜਾਂਦਾ ਨਾ, ਉਹ ਕਿਸੇ ਦੇ ਨਾਲ ਕਿਸੇ 'ਤੇ ਦਇਆ ਆ ਜਾਂਦੀ, ਉਹਨੂੰ ਕੋਈ ਵਰ ਦੇ ਦਿੰਦੇ। ਕਿਸੇ 'ਤੇ ਗੁੱਸਾ ਕਰੋਧ ਆ ਜਾਂਦਾ, ਉਹਨੂੰ ਸ਼ਰਾਪ ਦੇ ਦਿੰਦੇ। ਉਹ ਤਾਂਹੀਓ ਸ਼ਰਾਪ ਜਾਂ ਵਰ ਜੀਵ ਦਿੰਦਾ ਜਦੋਂ ਉਹਦੇ ਅੰਦਰ ਹਉਮੈ ਹੁੰਦੀ, ਜਦੋਂ ਉਹਦੇ ਅੰਦਰ ਹੰਕਾਰ ਹੁੰਦਾ, ਉਹ ਕਰਤਾ ਬਣ ਜਾਂਦਾ। ਇਹ ਜਿਹੜਾ ਮਾਰਗ ਗੁਰੂ ਨਾਨਕ ਦੇ ਘਰ ਦਾ, ਇਹ ਆਪਾਂ ਨੂੰ ਦੱਸਿਆ ਨਿਮਾਣਿਆਂ ਦਾ ਮਾਰਗ। ਇਹਦੇ ਵਿੱਚ ਸਾਡਾ ਮਨ ਨਿਮਾਣਾ ਹੁੰਦਾ ਜਾਂਦਾ, ਸਾਰਾ ਕੁਛ ਆਪਾਂ ਸਮਰਪਣ ਕਰਦਾ ਜਾਂਦਾ ਮਾਲਕ ਨੂੰ। ਵੀ ਉਹ ਕਰਤਾ ਭਾਵ ਨਹੀਂ ਉਹਦੇ ਅੰਦਰ ਰਹਿੰਦਾ ਵੀ ਮੈਂ ਕੁਝ ਕਰ ਸਕਦਾ। ਉਹ ਉਹਨਾਂ ਦੇ ਅੰਦਰ ਉਹ ਚੀਜ਼ ਖਤਮ ਨਾ ਹੁੰਦੀ, ਹਉਮੈ ਨਾ ਖਤਮ ਹੁੰਦੀ। ਅਤੇ ਇਸ ਵਾਸਤੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਖਤਮ ਨਹੀਂ ਹੋਣੀ ਜਦ ਤੱਕ ਤੁਸੀਂ ਇਹ ਦੇਹ ਤੋਂ ਵਧੇ ਹੋਣਾ ਨਹੀਂ ਸਿੱਖੋਗੇ, ਤੁਸੀਂ ਤ੍ਰੈ ਗੁਣਾਂ ਤੋਂ ਉੱਪਰ ਚੌਥੇ ਪਦ ਵਿੱਚ ਨਹੀਂ ਜਾਓਗੇ, ਤੁਸੀਂ ਨਾਮ ਦੇ ਨਾਲ ਨਹੀਂ ਜੁੜੋਗੇ, ਉਹਨਾਂ ਸਮਾਂ ਤੁਹਾਡੇ ਅੰਦਰੋਂ ਇਹ ਜਿਹੜੀ ਹਉਮੈ ਹੰਕਾਰ ਇਹ ਜਾਣਾ ਨਹੀਂ ਹੈ। ਇਹ ਤਾਈਓ ਮਹਾਰਾਜ ਸਮਝਾਉਂਦੇ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਬਈ ਜਿਨ੍ਹਾਂ ਨੇ ਫਿਰ ਇਹ ਸੁਣਨ ਦੇ ਵਿੱਚ ਜਾਣਾ ਸਿੱਖ ਲਿਆ, ਉਹਨਾਂ ਨੇ ਅੱਗੇ ਜਾ ਕੇ ਉਹ ਸ਼ਬਦ ਗੁਰੂ ਨੂੰ ਸੁਣਿਆ, ਉਹ ਚੌਥੇ ਪਦ ਵਿੱਚ ਚਲੇ ਗਏ। ਇਹ ਉਹਨਾਂ ਦੇ ਅੰਦਰੋਂ ਹਉਮੈ ਸੀ, ਜਿਹੜੀ ਹਉਮੈ ਦਾ ਨਾਸ਼ ਹੋ ਗਿਆ, ਹਉਮੈ ਖਤਮ ਹੋ ਗਈ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਿਹੜਾ ਹੁਣ ਆਪਾਂ ਅਭਿਆਸ ਕਰ ਰਹੇ ਹਾਂ, ਇਹ ਸਿਮਰਨ ਆਪਾਂ ਇਸੇ ਕਰਕੇ ਕਰਦੇ ਹਾਂ ਵੀ ਅਸੀਂ ਹੁਣ ਸੁਣਨ ਦੇ ਵਿੱਚ ਜਾਈਏ। ਜਦੋਂ ਆਪਾਂ ਵਾਰ-ਵਾਰ ਇਹ ਅਭਿਆਸ ਕਰਾਂਗੇ, ਸੁਣਨ ਵਿੱਚ ਜਾਵਾਂਗੇ, ਸਭ ਤੋਂ ਪਹਿਲਾਂ ਜਦੋਂ ਅਸੀਂ ਸੁਣਨ 'ਚ ਜਾਵਾਂਗੇ ਫਿਰ ਸੁਣਨ 'ਚੋਂ ਸਾਡਾ ਮਨ ਜਾਗ ਪੈਂਦਾ। ਜਦੋਂ ਮਨ ਆਪਣਾ ਜਾਗੇਗਾ ਆਪਾਂ ਇਸ ਸਰੀਰ ਨੂੰ ਦੇਖਾਂਗੇ ਪਏ ਨੂੰ। ਸਭ ਤੋਂ ਪਹਿਲਾਂ ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਲੱਗ ਪਿਆ, ਆਪਾਂ ਇਸ ਸਰੀਰ ਤੋਂ ਅਲੱਗ ਹੋ ਜਾਂਦੇ ਹਾਂ। ਜਦੋਂ ਆਪਾਂ ਇਸ ਸਰੀਰ ਤੋਂ ਅਲੱਗ ਹੋਵਾਂਗੇ ਆਪਾਂ ਦੇਖਾਂਗੇ ਵੀ ਇਹ ਸਰੀਰ ਪਿਆ ਹੈ, ਵੀ ਇਹਦੇ ਵਿੱਚ ਘਰਾੜੇ ਵੱਜੀ ਜਾਂਦੇ, ਸਰੀਰ ਪਿਆ ਹੈ
ਤੇ ਆਪਾਂ ਸਰੀਰ ਤੋਂ ਅਲੱਗ ਹੋ ਗਏ। ਜਦੋਂ ਆਪਾਂ ਅਲੱਗ ਹੋ ਗਏ ਆਪਾਂ ਸੂਖਮ ਰੂਪ ਹੋ ਗਏ ਉੱਥੇ। ਜੇ ਹੁਣ ਆਪਾਂ ਉੱਥੇ ਕਿਸੇ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ, ਆਪਣੀ ਉੱਥੇ ਆਵਾਜ਼ ਨਹੀਂ ਕਿਸੇ ਨੇ ਸੁਣਨੀ। ਪਰਿਵਾਰ ਦੇ ਮੈਂਬਰ ਆਪਾਂ ਦੇਖਾਂਗੇ, ਆਪਣਾ ਸਰੀਰ ਵੀ ਦੇਖਾਂਗੇ ਵੀ ਇਹ ਸਰੀਰ ਵੀ ਪਿਆ ਹੈ, ਅਤੇ ਹੋਰ ਪਰਿਵਾਰ ਦੇ ਮੈਂਬਰ ਆਪਣੇ ਉਹ ਵੀ ਪਏ ਨੇ ਕੋਲੇ। ਅਤੇ ਜੇ ਆਪਾਂ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਉਹ ਬੋਲਣਗੇ ਨਹੀਂ। ਜੇ ਆਪਾਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਾਂਗੇ ਉਹ ਆਪਣਾ ਹੱਥ ਉਹਨਾਂ ਦੇ ਵਿੱਚ ਦੀ ਨਿਕਲ ਜੇ, ਆਪਾਂ ਉਹਨਾਂ ਨੂੰ ਉਠਾ ਨਹੀਂ ਸਕਦੇ। ਜੇ ਆਪਾਂ ਕੰਧ ਤੋਂ ਪਾਰ ਨਿਕਲ ਜਾਂਗੇ, ਆਪਾਂ ਨੂੰ ਦਰਵਾਜ਼ੇ ਦੀ ਲੋੜ ਨਹੀਂ, ਸਿੱਧੇ ਹੀ ਕੰਧ ਦੇ ਵਿੱਚੋਂ ਪਰੇ ਨਿਕਲ ਜਾਂਗੇ। ਕਿਉਂਕਿ ਜਿਹੜਾ ਸਰੀਰ ਦ੍ਰਿਸ਼ਟਮਾਨ ਹੈ, ਆਪਾਂ ਉਹ ਸੂਖਮ ਰੂਪ ਹੋ ਗਏ ਉੱਥੇ। ਸਾਡਾ ਮਨ ਇਹ ਤੋਂ ਸਰੀਰ ਤੋਂ ਅਲੱਗ ਹੋ ਗਿਆ, ਸਰੀਰ ਤੋਂ ਵੱਖ ਹੋ ਗਿਆ। ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹਦੇ ਕਈ ਵਾਰ ਸਹਿਜ ਸੁਭਾਈ ਆਪਣਾ ਇਹ ਸਰੀਰ ਤੋਂ ਮਨ ਵੱਖ ਹੋ ਕੇ ਉਹ ਜਾਗ ਪੈਂਦਾ। ਜਦੋਂ ਜਾਗ ਪੈਂਦਾ ਤੇ ਆਪਾਂ ਉਦੋਂ ਡਰਨਾ ਨਹੀਂ ਹੁੰਦਾ, ਕਿਉਂਕਿ ਆਪਾਂ ਸਰੀਰ ਤੋਂ ਵੱਖ ਤਾਂ ਰੋਜ਼ ਹੀ ਹੁੰਦੇ ਹਾਂ, ਪਰ ਆਪਾਂ ਨੂੰ ਪਤਾ ਨਹੀਂ ਲੱਗਦਾ। ਅਤੇ ਫਿਰ ਸਾਡਾ ਮਨ ਅੱਗੇ ਜਾ ਕੇ ਅਚਨਚੇਤ ਹੀ ਜਦੋਂ ਜਾਗ ਪੈਂਦਾ, ਉਹ ਆਪਾਂ ਸੁਪਨਾ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਆਪਾਂ ਕਹਿੰਦੇ ਵੀ ਰਾਤ ਮੈਨੂੰ ਸੁਪਨਾ ਆਇਆ ਸੀ, ਉਹ ਸੁਪਨੇ ਦੇ ਵਿੱਚ ਮੈਨੂੰ ਆਹ ਮਿਲਿਆ, ਮੈਂ ਇੱਥੇ ਗਿਆ। ਉਹ ਜਿਹੜਾ ਸੁਪਨੇ ਦੇ ਵਿੱਚ ਚੱਲ ਰਿਹਾ ਆਪਾਂ ਉਹ ਹੈ ਸਾਡਾ ਮਨ। ਉਹਦਾ ਮਨ ਦੇ ਉੱਤੇ ਉਹ ਸੂਖਮ ਕਰ ਦਿੱਤਾ ਹੁੰਦਾ। ਹੁਣ ਆਪਾਂ ਜਿੱਥੇ ਜਾ ਕੇ ਸੁਪਨਾ ਦੇਖਦੇ ਹਾਂ, ਉਹ ਸੁਪਨੇ ਵਾਲੀ ਸਟੇਜ 'ਤੇ ਆਪਾਂ ਜਾਗਤ ਅਵਸਥਾ ਦੇ ਵਿੱਚ ਜਾਣਾ ਹੁੰਦਾ। ਜਦੋਂ ਅਸੀਂ ਜਾਗਤ ਅਵਸਥਾ ਦੇ ਵਿੱਚ ਉੱਥੇ ਜਾਵਾਂਗੇ, ਫਿਰ ਉਹ ਸੁਪਨਾ ਨਹੀਂ ਹੋਏਗਾ। ਫਿਰ ਆਪਾਂ ਆਪਦੀ ਮਰਜ਼ੀ ਦੇ ਨਾਲ ਜਿਹਨੂੰ ਮਿਲਣਾ ਚਾਹੁੰਦੇ ਹਾਂ ਉਹਨੂੰ ਆਪਾਂ ਮਿਲ ਸਕਦੇ ਹਾਂ। ਜੇ ਕੋਈ ਆਪਾਂ ਕਿਸੇ ਨਾਲ ਕੋਈ ਬਚਨ ਕਰਨਾ ਚਾਹੁੰਦੇ ਹਾਂ, ਆਪਾਂ ਉੱਥੇ ਬਚਨ ਵੀ ਕਰ ਸਕਦੇ ਹਾਂ। ਗੱਲਬਾਤ ਕਰਨੀ ਚਾਹੁੰਦੇ ਉਹ ਵੀ ਕਰ ਸਕਦੇ ਹਾਂ। ਫਿਰ ਆਪਾਂ ਆਪਦੀ ਇੱਛਾ ਦੁਆਰਾ ਚੱਲਾਂਗੇ। ਜਿਹੜਾ ਹੁਣ ਹੁੰਦਾ ਆਪਣੇ ਨਾਲ, ਇਹ ਹੁੰਦਾ ਸਹਿਜ ਸੁਭਾਅ ਵੀ ਆਪਾਂ ਸੁਣ 'ਚ ਗਏ, ਮਨ ਜਾਗ ਪਿਆ ਅਤੇ ਉਹ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ। ਅਤੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਫਿਰ ਇਹ ਸਿੱਖਿਆ, ਸੁਣ 'ਚ ਜਾਣਾ, ਜਿਉਂਦੇ ਜੀ ਮਰਨਾ ਸਿੱਖ ਲਿਆ, ਫਿਰ ਉਹ ਸ਼ਬਦ ਗੁਰੂ ਨੂੰ ਪਕੜ ਕੇ ਜਦੋਂ ਜਾਂਦੇ, ਫਿਰ ਉਹ ਸੁਪਨਾ ਨਹੀਂ ਹੁੰਦਾ, ਉਹ ਆਪਦੀ ਇੱਛਾ ਦੁਆਰਾ ਜਾਂਦੇ। ਜਿਹਨੂੰ ਮਿਲਣਾ ਚਾਹੁੰਦੇ ਉਹਨੂੰ ਮਿਲ ਸਕਦੇ, ਕੋਈ ਗੱਲਬਾਤ ਕਰਨੀ ਗੱਲਬਾਤ ਕਰ ਸਕਦੇ। ਇਸ ਵਾਸਤੇ ਜਦੋਂ ਹੁਣ ਆਪਾਂ ਸਤਸੰਗ ਚਾਹੁੰਦੇ ਹਾਂ, ਸਤਿਗੁਰਾਂ ਦੀ ਹਜ਼ੂਰੀ ਚਾਹੁੰਦੇ, ਇੱਥੇ ਆ ਕੇ ਫਿਰ ਸੁਪਨੇ ਦੀ ਗੱਲ ਚੱਲਦੀ। ਆਪਾਂ ਨੂੰ ਪੁੱਛਦੇ ਸਤਿਗੁਰੂ ਵੀ ਤੁਸੀਂ ਕਿਹਨੂੰ ਸੁਪਨਾ ਕਹਿੰਦੇ? ਆਪਾਂ ਕਹਿੰਦੇ ਵੀ ਅਸੀਂ ਉਹਨੂੰ ਸੁਪਨਾ ਕਹਿੰਦੇ ਜਿਹੜਾ ਅਸੀਂ ਰਾਤ ਨੂੰ ਦੇਖਦੇ ਹਾਂ ਸੌਣ ਤੋਂ ਮਗਰੋਂ, ਵੀ ਸਾਨੂੰ ਸੁਪਨਾ ਆਇਆ ਸੀ। ਇਹ ਆਪਾਂ ਨੂੰ ਗੁਰਬਾਣੀ ਗੁਰੂ ਦੱਸਦੇ ਵੀ ਸੁਪਨਾ ਉਹ ਨਹੀਂ ਹੈ ਜਿਹੜਾ ਅਸੀਂ ਰਾਤ ਨੂੰ ਦੇਖਦੇ ਹਾਂ, ਉਹ ਤਾਂ ਸਾਡਾ ਘਰ ਹੈ, ਉੱਥੇ ਜਾ ਕੇ ਤਾਂ ਅਸੀਂ ਜਾਗੇ ਹੁੰਦੇ ਹਾਂ। ਸੁਪਨਾ ਆਹ ਹੈ ਜਿਹੜਾ ਅਸੀਂ ਦਿਨ ਦੇ ਸਮੇਂ ਇਸ ਲੋਕ ਦੇ ਵਿੱਚ ਆ ਕੇ ਦੇਖਦੇ, ਇਹਨੂੰ ਸੁਪਨਾ ਕਹਿੰਦੇ। ਮਾਰੇ ਫਰਮਾਉਂਦੇ ਸਾਧ ਸਰਨ ਚਰਨ ਚਿੱਤ ਲਾਇਆ, ਸੁਪਨ ਕੀ ਬਾਤ ਸੁਣੀ, ਵੇਖੀ ਸੁਪਨਾ ਸਤਿਗੁਰ ਨਾਮ ਮੰਤਰ ਦ੍ਰਿੜਾਇਆ। ਬਈ ਜਦੋਂ ਆਪਾਂ ਸਾਧ ਸੰਗਤ ਕਰਦੇ ਹਾਂ, ਸੰਗਤ ਦੇ ਵਿੱਚ ਆ ਕੇ ਸੁਪਨੇ ਦੀ ਗੱਲ ਚੱਲਦੀ, ਅਤੇ ਆਪਾਂ ਨੂੰ ਗੁਰਮੁਖ ਕਹਿੰਦੇ ਵੀ ਸੁਪਨਾ ਉਹ ਨਹੀਂ ਜਿਹੜਾ ਆਪਾਂ ਰਾਤ ਨੂੰ ਦੇਖਦੇ ਹਾਂ, ਜਾਂ ਸੁਪਨਾ ਉਹ ਨਹੀਂ ਵੀ ਜਿਹੜਾ ਅਸੀਂ ਸਰੀਰ ਤੋਂ ਵੱਖ ਹੋ ਕੇ ਦੇਖਿਆ, ਉਹ ਤਾਂ ਅਸਲੀਅਤ ਹੈ। ਸੁਪਨਾ ਆਹ ਹੈ ਜਿਹੜਾ ਅਸੀਂ ਦਿਨ ਦੇ ਸਮੇਂ ਦੇਖਦੇ ਹਾਂ। ਜਿਵੇਂ ਆਪਾਂ ਦੇਖਦੇ ਵੀ ਸੁਪਨਾ ਸੁੱਤਿਆਂ ਨੂੰ ਆਉਂਦਾ, ਜਾਗਦਿਆਂ ਨੂੰ ਕਦੇ ਸੁਪਨਾ ਨਹੀਂ ਆਉਂਦਾ। ਹੁਣ ਸਾਡਾ ਮਨ ਇਸ ਲੋਕ 'ਚ ਆ ਕੇ ਸੌਂ ਜਾਂਦਾ, ਤਾਂ ਕਰਕੇ ਆਪਾਂ ਇਹ ਸੁਪਨਾ ਦੇਖਦੇ। ਜੇ ਮਨ ਜਾਗਦਾ ਹੋਵੇ ਅਤੇ ਜਾਗਦਾ ਸੁਪਨਾ ਨਹੀਂ ਦੇਖਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਆਹ ਸੁਪਨਾ ਜਿਹੜਾ ਅਸੀਂ ਦਿਨੇ ਦੇਖਦੇ ਹਾਂ, ਜਗ ਸੁਪਨਾ ਬਾਜੀ ਬਣੀ, ਵੀ ਇਹ ਜਗਤ, ਇਹ ਸੰਸਾਰ ਸੁਪਨਾ ਹੈ। ਜੈਸਾ ਮਹਾਰਾਜ ਕਹਿੰਦੇ ਵੀ ਜਿਵੇਂ ਇਹ ਜਗਤ ਜਿਹੜਾ ਵੀ ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਿਆ,
ਤੇ ਦਿਨ ਹੋਇਆ ਤੇ ਉਹ ਸੁਪਨਾ ਟੁੱਟ ਗਿਆ, ਅੱਖ ਖੁੱਲ੍ਹੀ। ਇਸੇ ਤਰ੍ਹਾਂ ਹੀ ਇਹ ਸੰਸਾਰ ਸੁਪਨਾ ਹੈ, ਇਹ ਅਸੀਂ ਦੇਖੀ ਜਾਂਦੇ। ਜਦੋਂ ਸਾਡਾ ਮਨ ਜਾਗੂ ਇਹ ਸੁਪਨਾ ਟੁੱਟ ਜਾਣਾ, ਖਤਮ ਹੋ ਜਾਣਾ। ਸੁਪਨੇ ਦੇ ਵਿੱਚ ਹੀ ਕੋਈ ਮਾਂ ਬਣੇ ਹੈ, ਕੋਈ ਪਿਓ ਬਣੇ ਹੈ, ਕੋਈ ਪੁੱਤਰ ਬਣੇ ਹੈ, ਕੋਈ ਧੀ ਬਣੀ ਹੈ, ਕੋਈ ਔਰਤ ਬਣਿਆ, ਕੋਈ ਮਰਦ ਬਣੇ ਹੈ, ਕੋਈ ਸੰਗੀ ਸਾਥੀ ਬਣੇ ਨੇ, ਰਿਸ਼ਤੇਦਾਰ ਬਣੇ। ਇਹ ਸਭ ਸੁਪਨੇ 'ਚ ਹੀ ਬਣੇ ਨੇ। ਜਦੋਂ ਅਸੀਂ ਜਾਗਾਂਗੇ ਸਾਡਾ ਇਹ ਸੁਪਨਾ ਟੁੱਟ ਜਾਣਾ, ਸੁਪਨਾ ਖਤਮ ਹੋ ਜਾਣਾ। ਅਤੇ ਫਿਰ ਦੇਖਾਂਗੇ ਵੀ ਜਿਹੜੇ ਸਾਰਾ ਕੁਛ ਬਣੇ ਹੋਏ ਸੀ ਉਹ ਕਿੱਧਰ ਚਲੇ ਗਏ। ਉਹਨਾਂ ਨੇ ਫਿਰ ਆਪਾਂ ਨੂੰ ਦਿਸਣਾ ਹੀ ਨਹੀਂ, ਕਿਉਂਕਿ ਸੁਪਨਾ ਸੀ, ਸੁਪਨਾ ਟੁੱਟ ਗਿਆ। ਇਸ ਵਾਸਤੇ 'ਚ ਮਹਾਰਾਜ ਕਹਿੰਦੇ ਜਗ ਸੁਪਨਾ ਬਾਜੀ ਬਣੀ, ਖਿਨ ਮੈਂ ਖੇਲ ਖਲਾਈ, ਸੰਜੋਗੀ ਮਿਲ ਕਿਸੇ ਵਿਜੋਗੀ ਉੱਠ ਜਾਈ। ਹੁਣ ਆਪਾਂ ਨੂੰ ਮਹਾਰਾਜ ਫਿਰ ਕਹਿੰਦੇ ਵੀ ਆਹ ਸੁਪਨਾ ਨਾ ਦੇਖੋ ਸੰਸਾਰ ਦਾ, ਤੁਸੀਂ ਜਾਗੋ ਅਤੇ ਜਾਗ ਕੇ ਤੁਸੀਂ ਉੱਧਰ ਦੇਖੋ। ਹੁਣ ਆਪਾਂ ਜਿਹੜਾ ਇਹ ਸਿਮਰਨ ਕਰ ਰਹੇ ਹਾਂ, ਇਹ ਆਪਾਂ ਹੁਣ ਜਿਉਂਦੇ ਜੀ ਮਰਨਾ ਸਿੱਖ ਰਹੇ। ਸਿਮਰਨ ਕਰਦੇ ਕਰਦੇ ਸਭ ਤੋਂ ਪਹਿਲੀ ਸਟੇਜ ਹੀ ਇਹ ਹੈ ਵੀ ਅਸੀਂ ਸੌਣਾ ਹੈ। ਜਿੰਨਾ ਛੇਤੀ ਆਪਾਂ ਸੌਵਾਂਗੇ ਸਿਮਰਨ ਕਰਦੇ, ਉਨੀ ਮਾਲਕ ਦੀ ਕਿਰਪਾ ਆਪਣੀ 'ਚ। ਜਿੰਨੀ ਸਾਨੂੰ ਛੇਤੀ ਨੀਂਦ ਆਏਗੀ ਉਨੀ ਸਮਝੋ ਕਿਰਪਾ ਹੈ। ਕਿਉਂਕਿ ਸੰਸਾਰ ਦਾ ਖੇਲ ਉਹ ਤਾਂ ਉਲਟ ਚੱਲਦਾ ਨਾ, ਉਹਨੂੰ ਭੇਦ ਨਾ ਹੋਣ ਕਰਕੇ ਜੀਵ ਸਮਝਦਾ ਵੀ ਨੀਂਦ ਪਤਾ ਨਹੀਂ ਮਾੜੀ ਹੈ। ਅਤੇ ਆਪਾਂ ਨੂੰ ਸਮਝਾਉਂਦੇ ਵੀ ਇੱਧਰ ਸੰਸਾਰ ਦੇ ਵਿੱਚ ਇਹ ਮਾਇਆ ਦੇ ਵਿੱਚ ਵਿਚਾਰਾਂ ਦੇ ਵਿੱਚ ਰਹਿਣ ਨਾਲੋਂ ਤਾਂ ਚੰਗਾ ਹੈ ਵੀ ਤੁਸੀਂ ਸੁੰਨ 'ਚ ਜਾਓ, ਆਪਦੇ ਘਰ ਜਾਓ। ਜਿਵੇਂ ਹੁਣ ਕਈ ਜੀਵ ਵੀ ਰਾਤ ਨੂੰ ਉੱਠ ਖੜ੍ਹਦੇ, ਕੋਈ ਕਹਿੰਦਾ ਮੈਂ 12 ਵਜੇ ਉੱਠ ਖੜ੍ਹਦਾ, ਮੈਂ 1 ਵਜੇ ਉੱਠ ਖੜ੍ਹਦਾ ਜੀ, ਮੈਂ 2 ਵਜੇ ਉੱਠਦਾ ਜੀ। ਅੱਛਾ ਜੀ, ਫਿਰ ਉੱਠ ਕੇ ਕੀ ਕਰਦੇ ਹੋ? ਉੱਠ ਕੇ ਫਿਰ ਕਰਨਾ ਕਿ ਵੀ ਜੇ ਸਾਡਾ ਮਨ ਵਿਚਾਰਾਂ 'ਚ ਹੀ ਚਲਾ ਗਿਆ, ਫੁਰਨਿਆਂ ਦੇ ਵਿੱਚ, ਉੱਠੇ ਵੀ ਉੱਠ ਕੇ ਭਗਤੀ ਕਰਨੀ ਜਾਂ ਗੁਰਬਾਣੀ ਪੜ੍ਹਨੀ, ਅਤੇ ਉੱਠੇ ਅਤੇ ਉੱਠ ਕੇ ਮਨ ਚਲਿਆ ਗਿਆ ਵਿਚਾਰਾਂ 'ਚ, ਫੁਰਨਿਆਂ 'ਚ। ਗੁਰਬਾਣੀ ਪੜ੍ਹਦੇ ਮਨ ਰੁਕਿਆ ਹੀ ਨਹੀਂ, ਉਹ ਤਾਂ ਭੱਜਿਆ ਹੀ ਫਿਰਦਾ। ਫਿਰ ਮਹਾਰਾਜ ਕਹਿੰਦੇ ਇਹੋ ਜਿਹੇ ਜਾਗਣ ਨਾਲੋਂ ਤਾਂ ਤੁਸੀਂ ਸੁੱਤੇ ਹੀ ਚੰਗੇ ਹੋ। ਵੀ ਇਹਨੂੰ ਜਾਗਣਾ ਨਹੀਂ ਕਹਿੰਦੇ, ਜਿਹਨੂੰ ਸੰਸਾਰ ਜਾਗਣਾ ਕਹਿੰਦਾ। ਬਈ ਜਾਗਣ ਦਾ ਭਾਵ ਤਾਂ ਹੁੰਦਾ ਹੈ ਸਾਡਾ ਮਨ ਜਾਗੇ। ਜੇ ਹੁਣ ਅਸੀਂ ਇੱਧਰ ਆ ਕੇ ਵਿਚਾਰਾਂ 'ਚ ਹੀ ਭਰਮ 'ਚ ਹੀ ਚਲੇ ਗਏ, ਸਾਡਾ ਮਨ ਸੌਂ ਹੀ ਗਿਆ, ਅਤੇ ਮਹਾਰਾਜ ਕਹਿੰਦੇ ਇੱਦੋਂ ਤਾਂ ਸੁੱਤੇ ਚੰਗੇ ਸੀ, ਤੁਸੀਂ ਸੁਪਨਾ ਦੇਖਦੇ ਚੰਗੇ ਸੀ। ਬਈ ਇਹ ਜੇ ਜਾਗਣ ਨਾਲੋਂ ਤਾਂ ਉਹ ਸੁਪਨਾ ਭਲਾ, ਕਿਉਂਕਿ ਅਸੀਂ ਪਰਮਾਤਮਾ ਦੇ ਨਾਲ ਤਾਂ ਵੱਸਦੇ ਹਾਂ, ਆਪਦੇ ਘਰ ਤਾਂ ਵੱਸਦੇ ਹਾਂ। ਉੱਥੇ ਸਾਨੂੰ ਆਹ ਫਿਕਰ ਤਾਂ ਨਹੀਂ, ਸਾਨੂੰ ਕੋਈ ਚਿੰਤਾ ਤਾਂ ਨਹੀਂ ਹੁੰਦੀ ਉੱਥੇ। ਇੱਧਰ ਉੱਠੇ ਅਤੇ ਉੱਠਣ ਸਾਰ ਚਿੰਤਾ ਫਿਕਰ ਲੱਗ ਗਈ। ਇਸ ਲਈ ਮਹਾਰਾਜ ਕਹਿੰਦੇ ਜਾਗਣੇ ਤੇ ਸੁਪਨਾ ਭਲਾ, ਬਸੀਏ ਪ੍ਰਭ ਕੀ ਸੰਗ। ਵੀ ਇਹ ਜੇ ਜਾਗਣ ਨਾਲੋਂ ਸੁਪਨਾ ਚੰਗਾ, ਜੀਵ ਸੁੱਤਾ ਚੰਗਾ। ਸੋ ਇਸ ਵਾਸਤੇ ਅਸਲ ਦੇ ਵਿੱਚ ਜਿਹੜਾ ਜਾਗਣਾ ਉਹ ਸਾਡੇ ਮਨ ਦਾ ਜਾਗਣਾ ਹੈ। ਅਤੇ ਮਨ ਸਾਡਾ ਉਦੋਂ ਜਾਗਦਾ ਜਦੋਂ ਅਸੀਂ ਵਿਚਾਰਾਂ 'ਚੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦੇ। ਜਿਵੇਂ ਹੁਣ ਆਪਾਂ ਸਿਮਰਨ ਕਰਦੇ, ਸਿਮਰਨ ਕਰਦੇ ਕਰਦੇ ਅਸੀਂ ਸੁੰਨ 'ਚ ਚਲੇ ਗਏ, ਆਪਾਂ ਨੂੰ ਨੀਂਦ ਆ ਗਈ। ਜਦੋਂ ਨੀਂਦ ਆ ਗਈ, ਉੱਥੋਂ ਸੁੰਨ ਦੇ ਵਿੱਚੋਂ ਫਿਰ ਉਹ ਸ਼ਬਦ ਪ੍ਰਗਟ ਹੋਇਆ, ਨਾਮ। ਉਹ ਸ਼ਬਦ ਨੂੰ ਸੁਣ ਕੇ ਸਾਡਾ ਮਨ ਜਾਗ ਪਿਆ। ਮਹਾਰਾਜ ਕਹਿੰਦੇ ਧੁਨ ਉਪਜੀ ਸ਼ਬਦ ਜਗਾਇਆ। ਜਦੋਂ ਸਾਡਾ ਮਨ ਜਾਗ ਪਿਆ, ਉਹ ਧੁਨ ਪ੍ਰਗਟ ਹੋ ਗਈ, ਅਤੇ ਉਦੋਂ ਕਹਿੰਦੇ ਵੀ ਇਹ ਮਨ ਜਾਗ ਪਿਆ। ਉਦੋਂ ਸਵੇਰਾ, ਜਦੋਂ ਅਸੀਂ ਜਾਗੇ ਉਦੋਂ ਹੀ ਸਵੇਰਾ। ਅਤੇ ਜਦੋਂ ਜਾਗਾਂਗੇ ਫਿਰ ਸਾਡਾ ਦਿਨ ਚੜ੍ਹ ਜਾਣਾ, ਫਿਰ ਸਾਨੂੰ ਪ੍ਰਕਾਸ਼ ਹੋ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਮਨ ਸਾਡਾ ਫੇਰ ਜਾਗੇਗਾ ਜੇ ਅਸੀਂ ਪਹਿਲਾਂ ਇਹਨੂੰ ਛੱਡਣਾ ਸਿੱਖਾਂਗੇ। ਇੱਧਰੋਂ ਸੌਵਾਂਗੇ ਅਤੇ ਫਿਰ ਮਨ ਜਾਗੂ। ਜੇ ਅਸੀਂ ਇੱਧਰੋਂ ਸੌਣਾ ਹੀ ਨਾ ਸਿੱਖਿਆ, ਇੱਧਰੋਂ ਨੌਂ ਦਰਾਂ ਨੂੰ ਛੱਡਣਾ ਹੀ ਨਾ ਸਿੱਖਿਆ, ਅਤੇ ਫਿਰ ਸਾਡੇ ਮਨ ਨੇ ਜਾਗਣਾ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਨਾਮ ਦੀ ਪ੍ਰਾਪਤੀ ਕਰਨੀ, ਸ਼ਬਦ ਗੁਰੂ ਦੀ,
ਪਹਿਲਾਂ ਇੱਧਰ ਇਹ ਸਰੀਰ ਨੂੰ ਛੱਡਣਾ ਸਿੱਖੋ, ਵੀ ਇਹ ਤੋਂ ਵੱਖ ਹੋਣਾ ਸਿੱਖੋ। ਵੱਖ ਹੋਣ ਦਾ ਭਾਵ ਬਈ ਸੌਣਾ ਸਿੱਖੋ ਆਪਣੀ ਸਿੱਧੀ ਜੀ ਭਾਸ਼ਾ ਦੇ ਵਿੱਚ। ਬਈ ਕਿੰਨੀ ਛੇਤੀ ਤੁਸੀਂ ਸੌਂਦੇ ਹੋ, ਸੌਣਾ ਸਿੱਖ ਲਓ। ਜਿੰਨੀ ਛੇਤੀ ਸੌਵੋਗੇ ਉਨੀ ਛੇਤੀ ਤੁਹਾਨੂੰ ਨਾਮ ਦੀ ਪ੍ਰਾਪਤੀ ਹੋ ਜੀ। ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਕਬੀਰ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਬਈ ਨਾਮ ਰਤਨ ਹੈ ਜਿਹੜਾ, ਉਹਨੂੰ ਫੇਰ ਪਾਈਦਾ ਹੈ ਜੇ ਪਹਿਲਾਂ ਇਸ ਸਰੀਰ ਨੂੰ ਛੱਡਣਾ ਸਿੱਖੀਏ। ਛੱਡਣ ਦਾ ਭਾਵ ਵੀ ਸੌਣਾ ਸਿੱਖੀਏ। ਜਦੋਂ ਆਪਾਂ ਸੌਂ ਕੇ ਸਮਝ ਲਓ ਸਰੀਰ ਨੂੰ ਛੱਡ ਦਿੱਤਾ, ਇੱਧਰੋਂ ਸਾਡਾ ਸੰਪਰਕ ਟੁੱਟ ਗਿਆ ਸਰੀਰ ਦੇ ਨਾਲ। ਫਿਰ ਅਸੀਂ ਉਹ ਸ਼ਬਦ ਗੁਰੂ ਨੂੰ ਸੁਣਨਾ, ਫਿਰ ਉਹ ਸ਼ਬਦ ਗੁਰੂ ਨੂੰ ਪਕੜਨਾ, ਸਾਡੀ ਸੁਰਤੀ ਨੂੰ। ਉਸ ਨੂੰ ਜਦੋਂ ਅਸੀਂ ਸ਼ਬਦ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਉਹਨੂੰ ਕਹਿੰਦੇ ਭਗਤੀ। ਉਸੇ ਭਗਤੀ ਨੂੰ ਹੀ ਬੇਨਤੀ ਕਰਦੇ ਗੁਰੂ ਅਰਜਨ ਦੇਵ ਜੀ ਪਰਮਾਤਮਾ ਨਿਰੰਕਾਰ ਨੂੰ, ਬਈ ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ 'ਤੇ ਲਾਓ। ਜਿਵੇਂ ਹੁਣ ਆਪਾਂ ਫਿਰਦੇ ਫਿਰਦੇ ਆ ਰਹੇ ਗਾਂ ਦੀ ਗਾਂ ਜੂਨਾਂ ਦੇ ਵਿੱਚੋਂ, ਆਕਾਰਾਂ ਦੇ ਵਿੱਚ। ਹੁਣ ਆਪਾਂ ਨੂੰ ਮਾਨਸ ਜਾਮਾ ਮਿਲ ਗਿਆ, ਅਤੇ ਹੁਣ ਮਾਨਸ ਜਾਮੇ 'ਚ ਆਪਾਂ ਬੇਨਤੀ ਕਰਦੇ ਮਾਲਕ ਨੂੰ ਵੀ ਅਸੀਂ ਫਿਰਦੇ ਫਿਰਦੇ ਆਏ ਹਾਂ, ਹੁਣ ਸਾਡੇ 'ਤੇ ਕਿਰਪਾ ਕਰੋ, ਸਾਨੂੰ ਭਗਤੀ 'ਤੇ ਲਾ ਲਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨ ਆਈ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਭਗਤੀ ਹੁੰਦੀ ਪਰਮਾਤਮਾ ਦੀ ਆਵਾਜ਼ ਹੈ ਜਿਹੜੀ, ਨਾਮ ਉਹਨੂੰ ਸੁਣਨਾ, ਇਹ ਭਗਤੀ ਹੈ। ਗੁਰ ਸੇਵਾ ਗੁਰ ਭਗਤ ਹੈ। ਬਈ ਗੁਰੂ ਦੀ ਸੇਵਾ ਇਹ ਭਗਤੀ ਹੈ, ਅਤੇ ਗੁਰੂ ਦੀ ਸੇਵਾ ਹੁੰਦੀ ਸੁਣ ਸੁਣ ਕੇ। ਅਸੀਂ ਉੱਥੇ ਸੁਣੀ ਜਾਣਾ, ਸੁਣ ਸੁਣ ਕੇ ਉਹ ਸ਼ਬਦ ਨੂੰ ਜਦੋਂ ਅਸੀਂ ਆਪਦੇ ਹਿਰਦੇ 'ਚ ਵਸਾ ਲਾਂਗੇ, ਸਾਡੇ ਪ੍ਰਾਣਾਂ 'ਚ ਵਸ ਗਿਆ, ਫਿਰ ਅਸੀਂ ਦੁਬਾਰਾ ਨਹੀਂ ਆਵਾਂਗੇ। ਉਸੇ ਸ਼ਬਦ ਪਰਥਾਏ ਮਹਾਰਾਜ ਕਹਿੰਦੇ ਨੇ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾਮ। ਵੀ ਉਹ ਸ਼ਬਦ ਮੇਰੇ ਪ੍ਰਾਣਾਂ 'ਚ ਵਸ ਗਿਆ, ਮੇਰੇ ਹਿਰਦੇ 'ਚ ਵਸ ਗਿਆ, ਹੁਣ ਮੈਂ ਦੁਬਾਰਾ ਮੁੜ ਕੇ ਨਹੀਂ ਆਊਂਗਾ ਇਸ ਸੰਸਾਰ ਦੇ ਵਿੱਚ। ਵੀ ਉਹ ਸ਼ਬਦ ਦੇ ਨਾਲ ਸਾਡੀ ਸੁਰਤੀ ਜੁੜ ਗਈ, ਨਾਮ ਦੇ ਨਾਲ ਸੁਰਤੀ ਜੁੜ ਗਈ। ਅਤੇ ਉਹ ਨਾਮ ਦੇ ਨਾਲ ਜਦੋਂ ਸਾਡੀ ਸੁਰਤੀ ਜੁੜਦੀ ਹੈ, ਉਦੋਂ ਕਹਿੰਦੇ ਵੀ ਇਹ ਜਿਉਂਦੇ ਹੋ ਗਏ ਉੱਧਰ। ਆਪਾਂ ਇੱਧਰੋਂ ਮਰ ਗਏ ਅਤੇ ਉੱਧਰ ਜਿਉਂਦੇ ਹੋ ਗਏ ਆਪਣੇ ਘਰ ਦੇ ਵਿੱਚ। ਫਿਰ ਉੱਧਰ ਜਦੋਂ ਜਿਉਂਦੇ ਹੋ ਗਏ, ਉਹ ਨਾਮ ਦੇ ਵਿੱਚ ਅਸੀਂ ਸਮਾ ਗਏ ਅਤੇ ਅਸੀਂ ਸਦਾ ਲਈ ਜੀਵਨ ਮੁਕਤ ਹੋ ਗਏ, ਸਦਾ ਲਈ ਅਮਰ ਹੋ ਗਏ। ਫਿਰ ਆਪਾਂ ਜਿਉਂਦੇ ਵੀ ਪ੍ਰਵਾਨ ਅਤੇ ਮਰਨ ਤੋਂ ਬਾਅਦ ਵੀ ਪ੍ਰਵਾਨ। ਇਸ ਬਥਾਏ ਮਹਾਰਾਜ ਕਹਿੰਦੇ, ਗੁਰਮੁਖ ਜੀਵੇ ਮਰੇ ਪ੍ਰਵਾਨ, ਆਰਜਾ ਨ ਸੀਝੇ ਸ਼ਬਦ ਪਛਾਣ। ਬਈ ਜਿਨ੍ਹਾਂ ਗੁਰਮੁਖਾਂ ਨੂੰ ਉਹ ਸ਼ਬਦ ਗੁਰੂ ਦੀ ਪਹਿਚਾਣ ਆ ਗਈ, ਜਿਹੜੇ ਉਹ ਸ਼ਬਦ ਗੁਰੂ ਨਾਲ ਜੁੜ ਗਏ, ਉਹ ਜਿਉਂਦੇ ਜੀ ਪ੍ਰਵਾਨ ਹੋ ਗਏ। ਉਹ ਜਿੰਨਾ ਸਮਾਂ ਇਸ ਸਰੀਰ 'ਚ ਰਹਿਣਗੇ, ਉਹ ਇੱਥੇ ਰਹਿੰਦੇ ਵੀ ਪ੍ਰਵਾਨ ਨੇ। ਜਦੋਂ ਉਹ ਦੇਹ ਛੱਡਣਗੇ, ਉਹ ਦੇਹ ਛੱਡਣ ਤੋਂ ਮਗਰੋਂ ਵੀ ਪ੍ਰਵਾਨ ਨੇ। ਇਸ ਵਾਸਤੇ ਫਿਰ ਉਹਨਾਂ ਪਰਥਾਏ ਕਹਿੰਦੇ ਵੀ ਇਹ ਭਗਤ, ਇਹ ਗੁਰਸਿੱਖ, ਇਹ ਮਰ ਜੀਵੜੇ ਨੇ। ਭਗਤ ਤੇਰੇ ਮਰ ਜੀਵੜੇ, ਵੀ ਉਹ ਜਿਉਂਦੇ ਜੀ ਮਰ ਗਏ। ਸ਼ਬਦ ਵਾਰ ਉਹਨੇ ਮਰਨਾ ਸਿੱਖ ਲਿਆ, ਅਤੇ ਮਰਨ ਤੋਂ ਬਾਅਦ ਫਿਰ ਮਾਲਕ ਨੇ ਫਿਰ ਉਹਨਾਂ ਨੂੰ ਜਿਉਂਦੇ ਕਰ ਦਿੱਤਾ, ਫਿਰ ਹੀ ਸਰੀਰ ਦੇ ਵਿੱਚ ਆ ਗਏ। ਉਹਨਾਂ ਨੇ ਜਿਉਂਦੇ ਜੀ ਮਰਨਾ ਸਿੱਖ ਲਿਆ। ਜਦੋਂ ਉਹਨਾਂ ਦੀ ਇੱਛਾ ਇੱਧਰ ਆ ਜਾਂਦੇ, ਜਦੋਂ ਇੱਛਾ ਉੱਧਰ ਚਲੇ ਜਾਂਦੇ, ਉਹਨੂੰ ਕਹਿੰਦੇ ਮਰ ਜੀਵੜੇ। ਬਈ ਇਹ ਜਿਉਂਦੇ ਜੀ ਮਰੇ ਹੋਏ ਨੇ, ਅਤੇ ਉਹਨਾਂ ਨੂੰ ਕਹਿੰਦੇ ਗੁਰਮੁਖ ਨੇ, ਇਹ ਜੋਗੀ ਨੇ। ਇਸ ਕਰਕੇ ਫਿਰ ਜੋਗੀ ਨੂੰ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਕਰਦੇ, ਐਸਾ ਜੋਗ ਕਮਾਈਏ ਜੋਗੀ, ਜੀਵਤ ਆ ਮਰ ਰਹੀਏ। ਬਈ ਜੇ ਤੂੰ ਜੋਗੀ ਹੈ ਅਤੇ ਇਹ ਜੋਗ ਕਮਾ, ਤੂੰ ਐਸਾ ਜੋਗੀ ਬਣ। ਵੀ ਇਕੱਲਾ ਬਾਹਰੀ ਜੋਗੀਆਂ ਵਾਲਾ ਪਹਿਰਾਵਾ ਹੀ ਨਾ ਕਰ, ਤੂੰ ਜਿਉਂਦੇ ਜੀ ਮਰ, ਤੂੰ ਉਹ ਸ਼ਬਦ ਗੁਰੂ ਨਾਲ ਜੁੜ। ਜੇ ਤੂੰ ਜੁੜ ਗਿਆ ਅਤੇ ਤੂੰ ਜੋਗੀ ਬਣ ਗਿਆ।
फिर तू जोग नूं कमा लिया। जोग हुंदा जुड़ना, इनूं जोग कहिंदे, गुरमत जोग। जदों आपां गुरु की शरण च जाते हाँ, फिर आपां नूं गुरु ये सिखाउंदा भी किवें असीं सतगुर नाल जुड़ना, किवें असीं वो शब्द गुरु की सेवा करनी। मारे कहते जोग जुगत सुन आयो गुर पे, मोको सतगुर शब्द बजाई। भी असीं जदों गुरु की शरण च गए, गुरु ने सानूं ये जोग सिखाया, जुड़ना सिखाया भी किवें असीं वो शब्द गुरु की सेवा करनी, किवें असीं निरंकार वाहिगुरू की सेवा करनी। जदों आपां नूं ये सेवा करन दी जाच आ गई, आपां जिउंदे जी मुक्त हो गए। गुरमुख ताइयों संसार च रहिंदे मुक्त, वो खांदे पींदे बहिंदे उठदे काम कार करदे पहनदे हसदे खेडदे, वो विच ही मुक्त ने, क्योंकि उन्हां नूं जुगत आ गई, तरीका आ गया। मारे कहते नानक गुरमुख, नानक सतगुर भेटियां पूरी होवे जुगत। हसंदियां खिलांदियां पहनंदियां खवांदियां विचे होवे मुक्त। बई गुरमुख सारा कुछ करते हुए संसार दे विच वो विच ही मुक्त ने, क्योंकि उन्होंने सीख लिया ये शब्द गुरु दे नाल जुड़ना, नाम दे नाल जुड़ना। और आओ आप भी किवें ये शब्द गुरु तक पहुँचना, किवें असीं जिउंदे जी मरना सीखना, किवें असीं सुन्न च जाना। ਉਹਦੇ वास्ते महाराज फिर ये आपां नूं सिमरन दसदे भी सिमरन करके जिन्ना छेती हो सकदा सुन्न च जाओ, सुन्न च जाओ, सुन्न चो फिर शरीर च आओ, फिर सिमरन करो, फिर सुन्न च जाओ। ये असीं वार वार अभ्यास करना भी ताकि सानूं वार वार करांगे सानूं ये करना आ जाएगा। जिवें आपां कोई काम संसार दा वो असीं पहली वारी करदे सानूं बड़ा औखा लगदा, तो जदों औखा लगता कई बार सानूं ये हुंदा भी सातों तो होना ही नहीं। पर आपां नूं फिर जिहड़ा जाणदा वो कहंदा भी नहीं तू कर सकदा, भी दोबारा फिर कर, कहंदा भी उन्ना समा करी चल, जिन्ना समा तैनूं सौखा नहीं लगदा तू करी जा, रोज़ करी जा करी जा। जदों असीं करी जावांगे तो सानूं सौखा लगन लग जाए। जे हुण असीं करांगे नहीं तो फिर सानूं औखा लगदा। जदों वार वार उसे काम नूं करांगे, हुण वार वार असीं सुन्न च जावांगे, वार वार जाई जावांगे, वो सानूं आ जाना। फिर सानूं सुन्न च जाना भी आ जाना, तो सुन्न चों किवें इधर आउणा वो भी असीं सीख लैणा। तो वो तां ही होएगा जदों असीं वार वार करांगे। इस करके आपां नूं कहंदे भी ये सिमरन करके हुण तुसीं ये सुन्न च जाओ। आओ किवें जाना है, जो आपां नूं महाराज जी सास गिरा सिमरन दसदे। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਸਿਮਰਨ ਕਰਦੇ ਕਰਦੇ ਆਪਾਂ ਸੁਣਨ 'ਚ ਜਾਣਾ ਵੀ ਸਾਨੂੰ ਨੀਂਦ ਆ ਜੀ। ਬਾਰ ਬਾਰ ਆਪਾਂ ਇਹ ਅਭਿਆਸ ਕਰਨਾ ਬਈ ਅਸੀਂ ਸੁਣਨ 'ਚ ਚਲੇ ਗਏ, ਫਿਰ ਥੋੜ੍ਹੇ ਟਾਈਮ ਬਾਅਦ ਸਾਡੀ ਅੱਖ ਖੁੱਲ੍ਹੀ, ਫਿਰ ਸਿਮਰਨ ਕੀਤਾ, ਫਿਰ ਸੁਣਨ 'ਚ ਜਾਣਾ। ਇਹ ਅਸੀਂ ਵਾਰ-ਵਾਰ ਅਭਿਆਸ ਕਰਨਾ ਹੁੰਦਾ। ਗੁਰਮਤਿ 'ਚ ਆਪਾਂ ਨੂੰ ਇਹ ਸਿਖਾਇਆ ਜਾਂਦਾ। ਜਿਵੇਂ ਭਗਤਾਂ ਨੇ ਦਿਨੇ ਤਾਂ ਕੰਮ ਕਾਰ ਕਰਦੇ, ਰਾਤ ਨੂੰ ਕੋਈ ਅਭਿਆਸ ਕਰਦੇ। ਜਿਵੇਂ ਆਮ ਜੀਵ ਦਾ ਕੀ ਕਰਦਾ ਵੀ ਇੱਕ ਵਾਰ ਸੁੱਤਾ ਅਤੇ ਉਹਨੇ 7-8 ਘੰਟੇ ਸੁੱਤਾ ਹੀ ਰਹਿਣਾ, ਫਿਰ ਉਹਨੂੰ ਉਦੋਂ ਪਤਾ ਲੱਗਣਾ ਦਿਨ ਚੜ੍ਹ ਗਿਆ। ਉਵੇਂ ਨਹੀਂ ਸੌਣਾ। ਸਾਡੀ ਨੀਂਦ ਇੱਦਾਂ ਦੀ ਹੋਣੀ ਚਾਹੀਦੀ ਵੀ ਜਦੋਂ ਸਾਡੀ ਇੱਛਾ, ਥੋੜ੍ਹੇ ਸਮੇਂ ਬਾਅਦ ਅਸੀਂ ਫਿਰ ਇੱਧਰ ਆ ਜਾਈਏ, ਫਿਰ ਸਿਮਰਨ ਕਰੀਏ, ਫਿਰ ਸੁਣਨ 'ਚ ਜਾਈਏ, ਫਿਰ ਉੱਧਰ ਸੁਣਨ 'ਚ ਰਹੀਏ ਕੁਛ ਸਮਾਂ, ਫਿਰ ਇੱਧਰ ਆ ਜਾਈਏ। ਭਗਤਾਂ ਨੇ ਵਾਰ-ਵਾਰ ਕੀਤਾ। ਦਿਨ ਦੇ ਸਮੇਂ ਉਹ ਕੰਮ ਕਰਦੇ, ਨਾਲ ਸਿਮਰਨ ਕਰਦੇ। ਜਦੋਂ ਰਾਤ ਹੋ ਜਾਂਦੀ, ਰਾਤ ਆਪਣੇ ਕੋਲ ਹੈ, ਰਾਤ ਆਪਣੀ ਨਿੱਜੀ ਹੈ ਕਿਉਂਕਿ ਸਾਰੇ ਸੁੱਤੇ ਹੁੰਦੇ, ਆਪਾਂ ਆਪਦੇ ਖੁਦ ਮਾਲਕ ਹਾਂ। ਦਿਨੇ ਤਾਂ ਚਲੋ ਫਿਰ ਕੰਮ ਕਾਰ ਕਰਦੇ ਹਾਂ। ਅਤੇ ਰਾਤ ਨੂੰ ਭਗਤਾਂ ਨੇ ਫਿਰ ਇਹ ਅਭਿਆਸ ਕੀਤਾ। ਇਹ ਅਭਿਆਸ ਕਰਦੇ ਕਰਦੇ ਉਹਨਾਂ ਨੇ ਫਿਰ ਇਸ ਸਰੀਰ ਤੋਂ ਵੱਖ ਹੋਣਾ ਸਿੱਖ ਲਿਆ, ਜਿਉਂਦੇ ਜੀ ਮਰਨਾ ਸਿੱਖ ਲਿਆ। ਫਿਰ ਉਹ ਸ਼ਬਦ ਗੁਰੂ ਨਾਲ ਜੁੜ ਗਏ ਅਤੇ ਸਦਾ ਵਾਸਤੇ ਅਮਰ ਹੋ ਗਈ। ਸੋ ਇਹੀਓ ਆਪਾਂ ਨੂੰ ਸਿਖਾਇਆ ਉਹਨਾਂ ਨੇ ਵੀ ਦਿਨੇ ਕੰਮ ਕਾਰ ਕਰੋ, ਨਾਲ ਸਿਮਰਨ ਕਰੋ, ਅਤੇ ਰਾਤ ਨੂੰ ਆਪਦਾ ਅਭਿਆਸ ਕਰੋ। ਇਹ ਹੁਣ ਸੁਣਨ 'ਚ ਜਾਣ ਵਾਸਤੇ ਅਸੀਂ ਫਿਰ ਹੀ ਜਾ ਸਕਦੇ ਹਾਂ ਜੇ ਅਸੀਂ ਨਾਲ ਮਨ ਦੀਆਂ ਰਹਿਤਾਂ ਰੱਖਾਂਗੇ। ਕਿਸੇ ਦੀ ਨਿੰਦਿਆ ਨਾ ਕਰੀਏ ਅਤੇ ਨਾ ਹੀ ਸੁਣੀਏ। ਜੇ ਅਸੀਂ ਨਿੰਦਾ ਕਰਾਂਗੇ ਤਾਂ ਉਹ ਨਿੰਦਾ ਦੀ ਮੈਲ ਉਹਨੇ ਸਾਨੂੰ ਸੁਣਨ 'ਚ ਨਹੀਂ ਜਾਣ ਦੇਣਾ, ਉਹਨੇ ਸਾਨੂੰ ਘਰ ਨਹੀਂ ਜਾਣ ਦੇਣਾ। ਉਹ ਮੈਲ ਲੱਗ ਗਈ। ਫਿਰ ਉਹਨੂੰ ਲਿਆਉਣ ਵਾਸਤੇ ਸਾਨੂੰ ਹੋਰ ਵੱਧ ਅਭਿਆਸ ਕਰਨਾ ਪਊ। ਜਿਵੇਂ ਕੱਪੜਾ ਮੈਲਾ ਹੋ ਜਾਂਦਾ, ਜਿੰਨਾ ਜ਼ਿਆਦਾ ਮੈਲਾ ਹੋਊ ਉਨੀ ਜ਼ਿਆਦਾ ਮਿਹਨਤ ਕਰਨੀ ਪੈਣੀ। ਉਹਨਾਂ ਵੱਧ ਸਾਬਣ ਵੀ ਲੱਗੂ, ਪਾਣੀ ਵੀ ਲੱਗੂ, ਕਿਉਂਕਿ ਮੈਲ ਜ਼ਿਆਦਾ ਲੱਗ ਗਈ। ਜੇ ਹੁਣ ਅਸੀਂ ਸੰਜਮ ਨਾਲ ਰਹੀਏ ਵੀ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਮੈਲ ਲੱਗਣ ਨਹੀਂ ਦੇਣੀ, ਇਹ ਸਾਨੂੰ ਘੱਟ ਮਿਹਨਤ ਦੀ ਲੋੜ ਪੈਂਦੀ ਹੈ ਕਿਉਂਕਿ ਅਸੀਂ ਮੈਲ ਲੱਗਣ ਹੀ ਨਹੀਂ ਦਿੱਤੀ। ਸੋ ਇਸ ਕਰਕੇ ਫਿਰ ਆਪਾਂ ਨਾਲ ਹੀ ਮਨ ਦੇ ਪਰਹੇਜ਼ ਰੱਖਣੇ ਵੀ ਕਿਸੇ ਦੀ ਨਿੰਦਿਆ ਆਪਾਂ ਨਾ ਕਰੀਏ ਅਤੇ ਨਾ ਹੀ ਸੁਣੀਏ। ਇਹ ਤੋਂ ਬਚਣਾ। ਕਿਸੇ ਨਾਲ ਆਪਾਂ ਦਬਦਾ ਨਹੀਂ ਰੱਖਣਾ, ਕਿਸੇ ਨਾਲ ਆਪਾਂ ਵੈਰ ਵਿਰੋਧ ਨਹੀਂ ਕਰਨਾ, ਕਿਸੇ ਨੂੰ ਆਪਾਂ ਫਿੱਕਾ ਨਹੀਂ ਬੋਲਣਾ। ਕੋਸ਼ਿਸ਼ ਕਰੀਏ ਵੀ ਸਾਡੇ ਮੁੱਖ 'ਚੋਂ ਕਿਸੇ ਨੂੰ ਮਾੜਾ ਵਚਨ ਨਾ ਬੋਲਿਆ ਜਾਵੇ। ਵੀ ਆਪਾਂ ਨੂੰ ਜੇ ਕੋਈ ਬੋਲਦਾ ਹੈ ਉਹਦਾ ਕਰਮ ਹੈ, ਉਹਦੀ ਉਹਨੂੰ ਸਜ਼ਾ ਮਿਲਣੀ ਹੈ। ਉਹ ਬੋਲਦਾ ਬੋਲੀ ਜਾਵੇ। ਆਪਾਂ ਨਹੀਂ ਕਿਸੇ ਨੂੰ ਮਾੜਾ ਬੋਲਣਾ, ਆਪਾਂ ਨਹੀਂ ਕਿਸੇ ਨੂੰ ਫਿੱਕਾ ਬੋਲਣਾ ਵੀ ਸਾਡੇ ਕਰਕੇ ਕਿਸੇ ਦਾ ਮਨ ਨਾ ਦੁਖੇ। ਅਤੇ ਨਾਲ ਆਪਾਂ ਇਸੀ ਵਸਤ 'ਚ ਰਹਿਣਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵੀ ਅਸੀਂ ਹੀ ਨਹੀਂ ਚੰਗੇ, ਹੋਰ ਬੁਰਾ ਤਾਂ ਕੋਈ ਨਹੀਂ। ਅਤੇ ਸਾਰਿਆਂ ਨਾਲ ਪ੍ਰੇਮ ਕਰਨਾ। ਇਹੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਬਰਾ ਪਾਇਓ। ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਮਾਲਕ ਨਾਲ ਮਿਲਾਪ ਕੀਤਾ। ਇਹ ਨਹੀਂ ਆਖਿਆ ਵੀ ਜਿਨ੍ਹਾਂ ਨੇ ਵੈਰ ਵਿਰੋਧ ਕੀਤਾ, ਜਿਨ੍ਹਾਂ ਨੇ ਨਿੰਦਿਆ ਚੁਗਲੀ ਕੀਤੀ, ਉਹਨਾਂ ਨੇ ਮਿਲਾਪ ਕੀਤਾ, ਉਹਨਾਂ ਨੂੰ ਤਾਂ ਸਜ਼ਾ ਮਿਲੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪ੍ਰੇਮ ਦਾ ਮਾਰਗ ਹੈ। ਇਹਦੇ 'ਤੇ ਚੱਲਣ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਨਾਲ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ, ਜਿੰਨੀ ਇਹ ਵਿਚਾਰ ਆਪਾਂ ਵਾਰ-ਵਾਰ ਸੁਣਾਂਗੇ,
ਸਾਨੂੰ ਉਨਾ ਹੀ ਗਿਆਨ ਦ੍ਰਿੜ ਹੋਏਗਾ, ਅਤੇ ਜਿੰਨਾ ਗਿਆਨ ਸਾਨੂੰ ਦ੍ਰਿੜ ਹੋਏਗਾ ਸਾਡਾ ਮਨ ਰੁਕੇਗਾ। ਕਿ ਅੱਗੇ ਗਿਆਨ ਦੁਆਰਾ ਅਸੀਂ ਮਨ ਨੂੰ ਰੋਕਣਾ ਹੁੰਦਾ। ਇਹ ਗਿਆਨ ਸਾਡੇ ਮਨ ਨੂੰ ਰੋਕ ਦਿੰਦਾ, ਥੰਮ ਲਾ ਦਿੰਦਾ। ਇਸ ਵਾਸਤੇ ਉਹ ਤਾਂ ਹੀ ਲੱਗੇਗਾ ਥੰਮ, ਤਾਂ ਹੀ ਰੁਕੇਗਾ ਜੇ ਸਾਨੂੰ ਗਿਆਨ ਦ੍ਰਿੜ ਹੋਏਗਾ, ਜੇ ਸਾਨੂੰ ਗਿਆਨ ਯਾਦ ਹੋਏਗਾ। ਉਹ ਦ੍ਰਿੜ ਸਾਨੂੰ ਫੇਰ ਹੀ ਹੋਏਗਾ ਜਦੋਂ ਅਸੀਂ ਵੱਧ ਤੋਂ ਵੱਧ ਇਸ ਸਤਸੰਗਤ ਕਰਾਂਗੇ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ, ਗੁਰਮੁਖ ਜਨਾਂ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਜੋ ਆਪਾਂ ਨੂੰ ਮਹਾਂਪੁਰਖਾਂ ਨੇ ਦਿੱਤਾ ਆਪਾਂ ਦ੍ਰਿੜ ਕਰਦੇ ਹਾਂ, ਆ ਕੇ ਸਾਡੇ ਹਿਰਦੇ 'ਚ ਸਾਡੇ ਮਨ 'ਚ ਵਸ ਜੇ ਅਤੇ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ। ਸੋ ਇਹਦੀਆਂ ਬੇਨਤੀਆਂ ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਦੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ